ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਪੰਜਾਬ ਟੂਡੇ ਦੇ ਪ੍ਰੋਗਰਾਮ ਕੀ ਹਾਲ ਪੰਜਾਬ ਦੇ ਵਿੱਚ। ਕਦੇ ਕਦੇ ਰਾਜਨੇਤਾ ਇਹੋ ਜਿਹੇ ਬਿਆਨ ਦੇ ਦਿੰਦੇ ਆ ਜਿਨ੍ਹਾਂ ਦੇ ਪਿੱਛੇ ਹੋ ਸਕਦਾ ਮਨਸ਼ਾ ਚੰਗੀ ਵੀ ਹੋਵੇ ਜਾਂ ਠੀਕ ਵੀ ਹੋਵੇ ਜਾਂ ਗਲਤ ਨਾ ਹੋਵੇ, ਪਰ ਉਹਨਾਂ ਦੇ ਬੋਲ ਹੁੰਦੇ ਆ ਜਿਹੜੇ ਉਹ ਇੱਕ ਵਿਰੋਧ ਖੜਾ ਕਰਵਾ ਦਿੰਦੇ ਆ। ਉਹਦੇ ਵਿੱਚ ਚਾਹੇ ਉਹ ਰਾਜਨੀਤਿਕ ਤੌਰ 'ਤੇ ਹੋਵੇ ਜਾਂ ਸਮਾਜਿਕ ਤੌਰ 'ਤੇ ਹੋਵੇ ਜਾਂ ਭਾਵਨਾਤਮਕ ਤੌਰ 'ਤੇ ਹੋਵੇ, ਲੋਕ ਉਹਦਾ ਵਿਰੋਧ ਕਰਦੇ ਆ। ਇਹੋ ਜਿਹੇ ਕੁਛ ਪੰਜਾਬ ਦੇ ਵਿੱਚ ਹੋਇਆ। ਅੱਜ ਪੂਰੇ ਪੰਜਾਬ ਦੇ ਵਿੱਚ ਚਰਚਾ ਛਿੜੀ ਹੋਈ ਹੈ ਇੰਦਰਬੀਰ ਸਿੰਘ ਨਿੱਜਰ ਵੱਲੋਂ ਬੋਲੇ ਬੋਲਾਂ ਤੇ ਉਹਦੇ 'ਤੇ ਅੱਜ ਚਰਚਾ ਕਰਾਂਗੇ। ਭਾਵੇਂ ਕਿ ਉਹਨਾਂ ਨੇ ਉਹਨਾਂ ਬੋਲਾਂ ਤੋਂ ਮਾਫੀ ਮੰਗ ਲਈ ਹੈ, ਪਰ ਪੰਜਾਬ ਦੇ ਲੋਕ ਤੇ ਪੰਜਾਬ ਦੀ ਰਾਜਨੀਤੀ ਇਹਨਾਂ ਬੋਲਾਂ ਨਾਲ ਸਰਗਰਮ ਹੋ ਚੁੱਕੀ ਹੈ। ਅੱਜ ਉਸੇ 'ਤੇ ਚਰਚਾ ਕਰਾਂਗੇ। ਸਾਡੇ ਨਾਲ ਜੁੜੇ ਹੋਏ ਨੇ ਕਿਸਾਨ ਨੇਤਾ ਜੰਗਵੀਰ ਚੌਹਾਨ ਜੀ, बहुत बहुत स्वागत है जी। आ रही है मेरी आवाज आ रही है? बिल्कुल ठीक सर। प्रमोद छाबड़ा जी जुड़े हुए ने, सियासी माहर ने, चंगी तरह सियासत में जानते हैं, बहुत बहुत स्वागत है सर। विनोद भारती जी कांग्रेस तो ने ते संजय कपूर जी बीजेपी तो ने, बहुत बहुत स्वागत है तुहाडा सब दा। प्रेम छाबड़ा जी तुहाडे तो शुरू करते हैं। राजनीति विच इहो जिहा बहुत वार हुंदा है कि लीडर कहना कुछ चाह रहा है ਤੇ ਮੂੰਹੋਂ ਬੋਲ ਕੁਛ ਹੋਰ ਨਿਕਲ ਜਾਂਦੇ ਆ। ਕਿ ਜੋ ਅੱਜ ਹੋਇਆ ਇਹ ਵੀ ਉਸੇ ਦਾ ਐਗਜ਼ਾਮਪਲ ਹੈ ਜਾਂ ਕੁਛ ਹੋਰ ਹੈ? ਦੇਖੋ, ਜਿਹੜਾ ਨਿੱਜਰ ਸਾਹਿਬ ਦੇ ਬਿਆਨਾਂ ਦੀ ਗੱਲ ਕੀਤੀ ਜਾ ਰਹੀ ਹੈ, ਵੈਸੇ ਕਦੇ ਉਹਨਾਂ ਨੇ ਇਹੋ ਜਿਹੇ ਕਿਸੇ ਤਰ੍ਹਾਂ ਦੇ ਬਿਆਨ ਨਹੀਂ ਦਿੱਤੇ ਅੱਜ ਤੱਕ, ਕਿਉਂਕਿ ਜਿਹੜੇ ਲੋਕ ਕੋਈ ਵਿਵਾਦ ਵਾਲੇ ਬਿਆਨ ਦੇਣ ਦੇ ਆਦੀ ਹੁੰਦੇ ਆ ਉਹ ਦਿੰਦੇ ਰਹਿੰਦੇ ਇਹੋ ਜਿਹੇ ਬਿਆਨ। ਔਰ ਕਿਸੇ ਨਾ ਕਿਸੇ ਤਰ੍ਹਾਂ ਸੁਰੱਖਿਆ ਦੇ ਵਿੱਚ ਬਣੇ ਰਹਿਣ ਵਾਸਤੇ ਵੀ ਕੰਟਰੋਵਰਸੀ ਪੈਦਾ ਕਰਨੀ ਪੈਂਦੀ ਹੈ ਉਹਨਾਂ ਲੋਕਾਂ ਨੂੰ। ਲੇਕਿਨ ਜਿੱਥੋਂ ਤੱਕ ਨਿੱਜਰ ਸਾਹਿਬ ਦੇ ਬਿਆਨਾਂ ਦੀ ਗੱਲ ਹੈ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਇਹੋ ਜਿਹੀਆਂ ਭਾਵਨਾ ਰਹੀਆਂ ਹੋਣਗੀਆਂ ਜਿਨ੍ਹਾਂ ਨਾਲ ਕਿਸੇ ਦਾ ਮਨ ਦੁਖੇ। ਅਗਰ ਇਹੋ ਜਿਹੀ ਭਾਵਨਾ ਰਹੀ ਹੁੰਦੀ ਤਾਂ ਉਹਨਾਂ ਨੂੰ ਮਾਫੀ ਮੰਗਣ ਦੀ ਲੋੜ ਨਹੀਂ ਸੀ। ਲੇਕਿਨ ਫਿਰ ਵੀ ਜਦੋਂ ਕੋਈ ਬੰਦਾ ਵੱਡੀ ਜ਼ਿੰਮੇਵਾਰੀ ਦੀ ਸੀਟ ਦੇ ਉੱਪਰ ਹੁੰਦਾ ਹੈ, ਤੇ ਜ਼ਿੰਮੇਵਾਰੀ ਦੀ ਸੀਟ ਦੀ ਜਦੋਂ ਮੈਂ ਗੱਲ ਕਰ ਰਿਹਾ, ਤੇ ਜ਼ਿੰਮੇਵਾਰੀ ਦੀ ਸੀਟ ਦਾ ਮਤਲਬ ਹੁੰਦਾ ਵੀ ਤੁਹਾਡੀਆਂ ਕੁਝ ਜ਼ਿੰਮੇਵਾਰੀਆਂ ਨੇ, ਤੁਹਾਡੀਆਂ ਕੁਝ ਜਵਾਬਦੇਹੀਆਂ ਨੇ। ਨਿੱਜਰ ਸਾਹਿਬ ਕੋਈ ਇਹ ਨਹੀਂ ਹੈ ਕਿ ਕੁਝ ਛੋਟੇ ਮੋਟੇ ਕੋਈ ਕਾਰਜਕਰਤਾ ਹੈ ਜਾਂ ਕੋਈ ਇੱਕ ਸਧਾਰਨ ਆਦਮੀ ਹੈ। ਬੜੇ ਧਾਰਮਿਕ ਲੈਵਲ ਦੇ ਉੱਪਰ ਵੀ ਬੜਾ ਉਹਨਾਂ ਦਾ ਉੱਚਾ ਕੱਦ ਹੈ, ਔਰ ਰਾਜਨੀਤੀ ਦੇ ਵਿੱਚ ਵੀ ਲੋਕਾਂ ਨੇ ਉਹਨਾਂ ਨੂੰ ਬੜਾ ਮਾਣ ਸਤਿਕਾਰ ਦਿੱਤਾ ਹੈ। ਤੇ ਇਹੋ ਜਿਹੇ ਬੰਦੇ ਦੇ ਵੱਲੋਂ ਪਹਿਲੀ ਇਹੋ ਜਿਹੀ ਸਟੇਟ ਆਈ ਹੈ ਜਿਹਦੇ ਤੇ ਕੋਈ ਕੰਟਰੋਵਰਸੀ ਬੰਦੀ ਨਜ਼ਰ ਆ ਰਹੀ ਹੈ। ਲੇਕਿਨ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਉਹ ਉਹਨਾਂ ਕੋਲੋਂ ਜਲਦਬਾਜ਼ੀ ਦੇ ਵਿੱਚ ਨਿਕਲੇ ਗਏ, ਜਾਂ ਐ ਕਹਿ ਦਈਏ ਕਿ ਬਿਆਨ ਦੇਣ ਦੇ ਆਦੀ ਨਹੀਂ ਹੈ, ਔਰ ਉਸ ਚੀਜ਼ ਦੀ ਉਹਨਾਂ ਨੇ ਕੋਈ ਸੋਚ ਸਮਝ ਕੇ ਗੱਲ ਸ਼ਾਇਦ ਨਹੀਂ ਕੀਤੀ। ਲੇਕਿਨ ਮੇਰੇ ਖਿਆਲ ਨਾਲ ਉਹਨਾਂ ਨੇ ਮਾਫੀ ਮੰਗ ਲਈ ਹੈ ਤੇ ਸਾਰਾ ਜਿਹੜਾ ਚੀਜ਼ ਹੈ ਉਹ ਠੀਕ ਹੋ ਜਾਣੀ ਚਾਹੀਦੀ ਹੈ, ਕਿਉਂਕਿ ਇੱਕ ਸਾਫ਼ ਦਿਲ ਇਨਸਾਨ ਜਿੱਥੋਂ ਤੱਕ ਮੈਂ ਉਹਨਾਂ ਨੂੰ ਜਾਣਦਾ ਉਹ ਹੈਗੇ ਹੈ। ਔਰ ਉਹਨਾਂ ਨੇ ਜੋ ਵੀ ਗੱਲ ਕਹੀ ਹੈ, ਔਰ ਉਸ ਚੀਜ਼ ਤੋਂ ਲੋਕਾਂ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਉਹਨਾਂ ਦੀ ਬਿਆਨ ਤੋਂ ਕਿਸੇ ਨੂੰ ਤਕਲੀਫ ਹੋਈ ਹੈ, ਤੇ ਉਹਨਾਂ ਨੇ ਨਾਲ ਦੀ ਨਾਲ ਉਸ ਚੀਜ਼ ਤੋਂ ਮਾਫੀ ਮੰਗੀ। ਔਰ ਇਸ ਚੀਜ਼ ਦੇ ਉੱਤੇ ਮੇਰੇ ਖਿਆਲ ਨਾਲ ਇਹ ਵਿਵਾਦ ਜਿਹੜਾ ਜ਼ਿਆਦਾ ਸ਼ਾਇਦ ਨਹੀਂ ਵਧਣਾ ਚਾਹੀਦਾ ਮੇਰੇ ਹਿਸਾਬ ਨਾਲ, ਕਿਉਂਕਿ ਰਾਜਨੀਤੀ ਹੈ, ਰਾਜਨੀਤੀ ਪਾਰਟੀ ਤੋਂ ਬਿਲੋਂਗ ਕਰਦੇ ਆ, ਰਾਜਨੀਤਿਕ ਦਲ ਤੇ ਇੱਕ ਜ਼ਿੰਮੇਵਾਰ ਨਾਗਰਿਕ ਹੈ, ਔਰ ਰਾਜਨੀਤੀ ਪਾਰਟੀਆਂ ਜਿਹੜੀਆਂ ਨੇ ਉਸ ਪਾਰਟੀ ਦੇ ਉੱਤੇ ਬੜੀ ਪੈਣੀ ਨਜ਼ਰ ਰੱਖਦੇ ਆ ਵੀ ਇਹਨਾਂ ਵੱਲੋਂ ਕੀ ਬਿਆਨ ਨਿਕਲਦਾ, ਕਿਹਨੂੰ ਕਿਸ ਤਰ੍ਹਾਂ ਉਹ ਕਹਿੰਦੇ ਆ, ਔਰ ਉਸਨੂੰ ਕਿਸ ਤਰ੍ਹਾਂ ਅਸੀਂ ਲੈਂਦੇ ਆ। ਲੇਕਿਨ ਕਿਸਾਨ ਜਿਹੜੇ ਆ, ਕਿਸਾਨਾਂ ਦੇ ਬਾਰੇ ਜੋ ਗੱਲ ਕਹੀ ਗਈ, ਉਹ ਸਾਡੇ ਵਾਸਤੇ ਕਿਸਾਨ ਬੜੇ ਹੀ ਸਤਿਕਾਰਯੋਗ ਹੈ। ਚਾਹੇ ਕੋਈ ਵੀ ਰਾਜਨੀਤਿਕ ਦਲ ਹੋਵੇ, ਕਈ ਚੀਜ਼ਾਂ ਨੂੰ ਲੈ ਕੇ ਵਿਵਾਦ ਜ਼ਰੂਰ ਖੜੇ ਹੁੰਦੇ ਆ। ਉਹਨਾਂ ਕਿਸਾਨਾਂ ਦੇ ਬਾਰੇ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਕਹਿਣੀ, ਕਿਉਂਕਿ ਕਿਸਾਨਾਂ ਦੀ ਮਿਹਨਤ, ਅਸੀਂ ਖੁਦ ਕਿਸਾਨੀ ਨਾਲ ਜੁੜੇ ਹੋਏ ਲੋਕ ਆ, ਅਸੀਂ ਦੇਖਦੇ ਹਾਂ ਕਿਸ ਤਰ੍ਹਾਂ ਰਾਤ ਰਾਤ ਭਰ ਜਾ ਕੇ ਪਾਣੀ ਦੀਆਂ ਵਾਰੀਆਂ ਲਾਣੀਆਂ, ਨੱਕੇ ਮੋੜਨੇ, ਠੰਡੇ ਪਾਣੀ ਦੇ ਵਿੱਚ, ਸਰਦੀਆਂ ਦੇ ਦਿਨਾਂ ਦੇ ਵਿੱਚ ਗੋਡੇ ਗੋਡੇ ਪਾਣੀ ਦੇ ਵਿੱਚ ਕਿਸਾਨ ਜਿਹੜਾ ਕੰਮ ਕਰਦਾ ਹੈ, ਔਰ ਉਹਦੇ ਬਾਰੇ ਕੋਈ ਵੀ ਬਿਆਨ ਦੇਣਾ ਬੜਾ ਸੋਚ ਸਮਝ ਕੇ ਬਿਆਨ ਦੇਣ ਵਾਲੀ ਗੱਲ ਹੁੰਦੀ ਹੈ। ਕਿਸਾਨ ਸਾਡਾ ਅੰਨਦਾਤਾ ਕਹਿੰਦੇ ਆ, ਮੈਂ ਤਾਂ ਇਸ ਤੋਂ ਅੱਗੇ ਵੀ ਕਹਿੰਦਾ ਕਿ ਉਹ ਭਾਰਤ ਮਾਤਾ ਦਾ ਸੱਚਾ ਸਪੂਤ ਹੈ। ਜੀ ਜੀ, ਇਹ ਤਾਂ ਗੱਲ ਹੋਈ ਕਿ ਉਹਨਾਂ ਦੇ ਬਿਆਨ ਤੋਂ ਉਹਨਾਂ ਨੇ ਮਾਫੀ ਵੀ ਮੰਗ ਲਈ, ਪਰ ਜਿਹੜਾ ਮੁੱਦਾ ਸੀ ਜਿਹਦੇ ਤੇ ਗੱਲ ਹੋ ਰਹੀ ਸੀ, ਜਿਹਦੇ ਤੇ ਉਹਨਾਂ ਨੇ ਗੱਲ ਕੀਤੀ ਹੈ, ਮੁੱਦਾ ਬੜਾ ਗੰਭੀਰ ਆ ਪੰਜਾਬ ਲਈ, ਕਿਉਂਕਿ ਪਾਣੀ ਦਾ ਸਤਰ ਵੀ ਘਟਦਾ ਜਾ ਰਿਹਾ। ਜ਼ਮੀਨੀ ਪਾਣੀ ਦੀ ਗੱਲ ਕਰੀਏ ਤਾਂ, ਨਹਿਰੀ ਪਾਣੀ ਦੀ ਗੱਲ ਕਰੀਏ ਉਹ ਵੀ ਸਾਡੇ ਕੋਲ ਘੱਟ ਹੈ, ਤੇ ਕਿਸਾਨੀ ਵੀ ਸਾਡੀ ਇੱਕੋ ਆਧਾਰ ਤੇ ਚੱਲ ਰਹੀ ਹੈ ਕਿ ਉਹੀ ਫਸਲੀ ਗੇੜ ਚੱਲਦਾ ਆ ਰਿਹਾ, ਜਿਹਦੇ ਵਿੱਚ ਕਣਕ ਝੋਨਾ, ਇਸ ਤੋਂ ਇਲਾਵਾ ਤੀਜੀ ਜਾਂ ਚੌਥੀ ਫਸਲ ਬਹੁਤ ਮੁਸ਼ਕਿਲ ਨਾਲ ਹੁੰਦੀ ਹੈ।
ਤੇ ਕੀ ਲੱਗਦਾ ਇਹ ਮਸਲਾ ਕਿੰਨਾ ਗੰਭੀਰ ਹੈ ਜਿਹੜੇ ਮਸਲੇ ਤੇ ਉਹਨਾਂ ਨੇ ਟਿੱਪਣੀ ਕੀਤੀ ਸੀ? ਇਹ ਦੇਖੋ, ਇਹ ਜਿਹੜਾ ਮਸਲਾ ਹੈ ਨਾ, ਇਹ ਇੱਕ ਅਲੱਗ ਮਸਲਾ ਹੈ। ਵਾਟਰ ਲੈਵਲ ਜਿਹੜਾ ਹੈ ਜ਼ਮੀਨ ਦਾ ਸਾਡਾ, ਉਹ ਬਹੁਤ ਨੀਚੇ ਜਾ ਰਿਹਾ ਹੈ, ਔਰ ਇਹ ਬੜਾ ਚਿੰਤਾ ਦਾ ਵਿਸ਼ੇ ਹੈ, ਨਾ ਸਿਰਫ ਪੰਜਾਬ ਸਰਕਾਰ ਵਾਸਤੇ ਬਲਕਿ ਹਿੰਦੁਸਤਾਨ ਦੀ ਸਰਕਾਰ ਵਾਸਤੇ ਵੀ। ਜਿਹੜਾ ਵਾਟਰ ਲੈਵਲ ਦਾ ਥੱਲੇ ਹੋਣਾ, ਸਾਨੂੰ ਯਾਦ ਹੈ ਕਿ 25-30 ਫੁੱਟ ਦੇ ਉੱਪਰ ਬੜਾ ਵਧੀਆ ਮੋਟਰਾਂ ਲੱਗਦੀਆਂ ਸੀ, ਛੋਟੀਆਂ 2-2 ਹਾਰਸ ਪਾਵਰ ਦੀਆਂ ਮੋਟਰਾਂ ਲੱਗਦੀਆਂ ਸੀ, ਔਰ ਪਾਣੀ ਚੱਲਦੇ ਸੀ, ਔਰ ਪਾਣੀ ਬਹੁਤ ਵਧੀਆ ਲੱਗਦੇ ਸੀ। ਨਹਿਰਾਂ ਦਾ ਵੀ ਕੋਈ ਐਡਾ ਬਹੁਤ ਵੱਡਾ ਜਾਲ ਜਾਂ ਨਾਲਿਆਂ ਦਾ ਨਹੀਂ ਵਿਛਿਆ ਹੋਇਆ ਸੀ। ਲੇਕਿਨ ਹੁਣ ਤੁਸੀਂ ਦੇਖੋ, ਬੋਰ ਹੁੰਦੇ ਆ 600 700 ਫੁੱਟ ਦੇ ਉੱਪਰ, ਔਰ 1000 ਫੁੱਟ ਦੇ ਉੱਪਰ 12 ਇੰਚ ਦੇ ਬੋਰ ਹੁੰਦੇ ਆ। ਬੋਰ ਕਰਾਉਣਾ ਵੀ ਇੱਕ ਆਮ ਆਦਮੀ ਦੇ ਵਾਸਤੇ ਵਿੱਚ ਗੱਲ ਨਹੀਂ ਰਹੀ, ਔਰ ਉਸ ਦੇ ਵਿੱਚ ਸਮਰਸੀਬਲ ਬੜੇ ਲੱਖਾਂ ਰੁਪਏ ਲੱਗਦੇ ਆ ਉਹਨੂੰ ਬੋਰ ਕਰਾਉਣ ਤੋਂ ਬਾਅਦ ਉਹਨੂੰ ਚਲਾਉਣ ਵਾਸਤੇ। ਇਹ ਜਿਹੜਾ ਇੱਕ ਸਾਡੇ ਵਾਸਤੇ ਬਹੁਤ ਵੱਡੀ ਸਮੱਸਿਆ। ਹਾਂ, ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਇਹ ਫਸਲੀ ਚੱਕਰ ਹੈ, ਝੋਨਾ ਹੋਣਾ, ਕਣਕ ਹੋਣੀ, ਔਰ ਫਿਰ ਝੋਨਾ, ਕਣਕ, ਨਰਮਾ, ਜਾਂ ਇਹੋ ਜਿਹੇ 3-4 ਫਸਲਾਂ ਦੇ ਵਿੱਚ ਸਾਡਾ ਕਿਸਾਨ ਜਿਹੜਾ ਹੈ ਉਹ ਉਲਝਿਆ ਹੋਇਆ ਹੈ। ਕਿਸਾਨ ਸਹੀ ਮਾਇਨਿਆਂ ਦੇ ਵਿੱਚ ਨਹੀਂ ਚਾਹੁੰਦਾ, ਕਿਸਾਨ ਚਾਹੁੰਦਾ ਉਹਦਾ ਫਸਲੀ ਸਿਸਟਮ ਜਿਹੜਾ ਹੈ ਠੀਕ ਹੋਵੇ। ਕਿਸਾਨ ਅਲੱਗ-ਅਲੱਗ ਕ੍ਰੋਪਸ ਦੇ ਉੱਪਰ ਕੰਮ ਕਰਨਾ ਚਾਹੁੰਦਾ, ਲੇਕਿਨ ਮਸਲਾ ਫਿਰ ਉੱਥੇ ਆ ਜਾਂਦਾ ਹੈ, ਕਿਸਾਨ ਇੱਕੋ ਚੀਜ਼ ਮੰਗਦਾ ਹੈ ਸਰਕਾਰ ਕੋਲੋਂ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ, ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ। ਉਹ ਮੰਗਦਾ ਹੈ ਕਿ ਮੈਂ ਫਸਲ ਪੈਦਾ ਕਰਨ ਨੂੰ ਤਿਆਰ ਹਾਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਕਰਨ ਨੂੰ ਤਿਆਰ ਹਾਂ, ਲੇਕਿਨ ਮੈਨੂੰ ਸਵਾਲ ਇਹ ਉੱਠਦਾ ਵੀ ਮੈਂ ਫਸਲ ਪੈਦਾ ਕਰਕੇ ਜਦੋਂ ਉਹਨੂੰ ਫਸਲ ਨੂੰ ਫਾਈਨਲ ਕਰਾਂਗਾ ਤੇ ਮੇਰੇ ਜੀ ਆਵਾਜ਼ ਕੱਟ ਰਹੀ ਸੀ ਸਰ ਤੁਹਾਡੀ। ਜੀ प्रमोद जी, आवाज़ आ रही है? मेरे ख्याल प्रमोद जी तक आवाज़ नहीं जा रही। जंगवीर चौहान जी, ਜਿਹੜੇ ਮਸਲੇ ਤੇ ਅੱਜ ਪੂਰੇ ਪੰਜਾਬ ਚਰਚਾ ਹੋ ਰਹੀ ਹੈ, ਜਿਵੇਂ ਪ੍ਰਮੋਦ ਛਾਬੜਾ ਜੀ ਨੇ ਦੱਸਿਆ ਕਿ ਹੋ ਸਕਦਾ ਉਹਨਾਂ ਕੋਲੋਂ ਗਲਤੀ ਨਾਲ ਨਿਕਲ ਗਿਆ ਹੋਵੇ ਮੂੰਹ ਚੋਂ, ਤੇ ਉਹਨਾਂ ਨੇ ਮਾਫੀ ਵੀ ਮੰਗ ਲਈ ਆ ਉਹਦੇ ਬਾਰੇ। ਤੇ ਜੋ ਮਾਮਲਾ ਬਣਾਇਆ ਜਾ ਰਿਹਾ ਹੈ, ਉਹਦੇ ਤੋਂ ਵੱਡਾ ਮਾਮਲਾ ਮੈਨੂੰ ਲੱਗਦਾ ਇਹ ਹੈ ਕਿ ਪੰਜਾਬ ਦੇ ਵਿੱਚ ਫਸਲੀ ਗੇੜ ਨਹੀਂ ਬਦਲਿਆ ਜਾ ਰਿਹਾ। ਸਰਕਾਰਾਂ ਇਹਦੇ ਬਾਰੇ ਗੱਲ ਵੀ ਕਰਦੀਆਂ, ਅੱਜ ਦੀ ਨਹੀਂ ਬਹੁਤ ਪੁਰਾਣੀ ਗੱਲ ਕਰਦੀਆਂ। ਉਹ ਕਿਉਂ ਨਹੀਂ ਬਦਲਿਆ ਜਾ ਰਿਹਾ? ਮਸਲਾ ਕਿਉਂਕਿ ਗੰਭੀਰ ਹੈ, ਜਿਹਦੇ ਬਾਰੇ ਨਿੱਜਰ ਸਾਹਿਬ ਬੋਲ ਰਹੇ ਸੀ ਜਾਂ ਜੋ ਮੈਸੇਜ ਦੇਣਾ ਚਾਹ ਰਹੇ ਸੀ, ਉਹ ਗੰਭੀਰ ਮੁੱਦਾ ਹੈ, ਤੇ ਉਹ ਪੰਜਾਬ ਦੇ ਕਿਸਾਨਾਂ ਲਈ ਖਾਸ ਕਰ ਬਹੁਤ ਵੱਡਾ ਮੁੱਦਾ ਹੈ, ਕਿਉਂਕਿ ਪੰਜਾਬ ਦੇ ਕਿਸਾਨੀ ਦਿਨ ਬ ਦਿਨ ਘਾਟੇ ਦਾ ਸੌਦਾ ਹੁੰਦੀ ਜਾ ਰਹੀ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਸਲੇ ਤੇ ਸਰਕਾਰ ਨਾਲ ਕਿਹੜੇ ਤਰੀਕੇ ਨਾਲ ਗੱਲ ਹੋਣੀ ਚਾਹੀਦੀ ਹੈ? ਸਰਕਾਰ ਨੂੰ ਕਿਹੜੇ ਤਰੀਕੇ ਨਾਲ ਲੋਕਾਂ ਨਾਲ, ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ? ਅਮਨਦੀਪ ਜੀ, ਜਿਸ ਤਰ੍ਹਾਂ ਛਾਬੜਾ ਸਾਹਿਬ ਨੇ ਕਿਹਾ, ਦੇਖੋ ਬੜੇ ਬੁੱਧੀਜੀਵੀ ਨੇ, ਸਿਆਸੀ ਮਾਹਰ ਨੇ ਸਾਡੇ। ਮੈਂ ਇਹਨਾਂ ਦੀ ਪਹਿਲੀ ਗੱਲ ਨਾਲ ਸਹਿਮਤ ਨਹੀਂ ਹੈਗਾ। ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਬੜੇ ਸਾਫ਼ ਦਿਲ ਨੇ, ਪੜ੍ਹੇ ਲਿਖੇ ਨੇ, ਜ਼ਿੰਮੇਵਾਰ ਵਿਅਕਤੀ ਨੇ। ਜੇ ਪੜ੍ਹੇ ਲਿਖੇ ਨੇ, ਸਾਫ਼ ਦਿਲ ਨੇ, ਜ਼ਿੰਮੇਵਾਰ ਵਿਅਕਤੀ ਨੇ, ਤੇ ਉਹਨਾਂ ਦੇ ਮੂੰਹ 'ਚ ਇਹੋ ਜਿਹੇ ਸ਼ਬਦ ਨਿਕਲਣੇ ਨਹੀਂ ਚਾਹੀਦੇ। ਦੂਜਾ ਪੱਖ ਇਹ ਗੱਲ ਕਰਦੇ ਆ, ਚਲੋ ਇੱਕ ਕੈਬਨਿਟ ਮਿਨਿਸਟਰ ਦੇ ਅਹੁਦੇ ਤੇ ਬੈਠੇ ਆ, ਪਰ ਇਹੋ ਜਿਹੀ ਸ਼ਬਦਾਵਲੀ ਕਿਸਾਨਾਂ ਤੇ ਪੰਜਾਬੀਆਂ ਵਾਸਤੇ ਬੋਲਣੀ, ਉਹਨਾਂ ਵਾਸਤੇ ਮੇਰਾ ਖਿਆਲ ਆ ਉਹ ਸਹੀ ਨਹੀਂ ਹੈਗੀ। ਇਸ ਤਰ੍ਹਾਂ ਦਾ ਕੋਈ ਆਦਮੀ ਕ੍ਰਾਈਮ ਕਰਕੇ ਮੁੜ ਕੇ ਮਾਫੀ ਮੰਗ ਲਵੇ ਤੇ ਫਿਰ ਉਹਨੂੰ ਮਾਫ ਕੀਤਾ ਜਾ ਸਕਦਾ, ਤਾਂ ਫਿਰ ਇਹਦਾ ਮਤਲਬ ਵੀ ਜਿਹੜਾ ਕ੍ਰਾਈਮ ਕਰਨੇ ਵਾਲਾ ਉਹ ਸੂਝਵਾਨ ਆ, ਉਹ ਪੜ੍ਹਿਆ ਲਿਖਿਆ ਆ, ਉਹ ਕੈਬਨਿਟ ਮਿਨਿਸਟਰ ਆ। ਸੋ ਕੋਈ ਵੀ ਬਿਆਨਬਾਜ਼ੀ ਜਿਸ ਤਰ੍ਹਾਂ ਇਸ ਅਹੁਦੇ, ਵੱਡੇ ਅਹੁਦੇ ਤੇ ਬਹਿ ਕੇ ਕਰਨੀ ਆ, ਇਹ ਬੜਾ ਇੱਕ ਲਫ਼ਜ਼ ਬੜਾ ਸੋਚ ਸਮਝ ਕੇ ਇਹਨਾਂ ਨੂੰ ਬੋਲਣਾ ਚਾਹੀਦਾ ਹੈ। ਇਹ ਤਾਂ ਪੰਜਾਬੀਆਂ ਤੇ ਸਵਾਲ ਖੜੇ ਕਰ ਦਿੱਤੇ ਇਹਨਾਂ ਨੇ, ਕਿਸਾਨਾਂ ਤੇ ਸਵਾਲ ਖੜੇ ਕਰ ਦਿੱਤੇ, ਨਹਿਰੀ ਪਾਣੀਆਂ ਤੇ ਸਵਾਲ ਖੜੇ ਕਰ ਦਿੱਤੇ, ਮੁਫਤ ਬਿਜਲੀ ਤੇ ਸਵਾਲ ਖੜੇ ਕਰ ਦਿੱਤੇ। ਇਹਨਾਂ ਨੇ ਛੱਡਿਆ ਕੀ ਵਿੱਚ? ਇਹ ਸਾਬਤ ਕੀ ਕਰਨਾ ਚਾਹੁੰਦੇ ਆ? ਇਹ ਕਹਿੰਦੇ ਕਿ ਅਸੀਂ MSP ਦੇ ਰਹੇ ਹਾਂ। ਮੈਨੂੰ ਇੱਕ ਗੱਲ ਦੱਸੋ ਕਿ ਇਹਨਾਂ ਨੇ ਮੂੰਗੀ ਤੇ MSP ਦੇ ਦਿੱਤੀ ਹੈ ਜੀ, ਸੋ ਉਹ ਮੂੰਗੀ ਵੀ ਇਹਨਾਂ ਤੋਂ ਪੂਰੀ ਨਹੀਂ ਚੱਕੀ ਗਈ। ਆ ਕਣਕ ਝੋਨੇ ਦੇ ਤਾਂ ਸੈਂਟਰ ਸਰਕਾਰ MSP ਦਿੰਦੀ ਹੈ। ਜੇ ਗੰਨੇ ਦਾ ਕੋਈ ਰੇਟ ਵਾਧਾ ਆ, ਜੇ ਸੈਂਟਰ ਸਰਕਾਰ 15 ਰੁਪਏ ਵਧਾਉਂਦੀ ਹੈ, ਕੇਂਦਰ ਸਰਕਾਰ, ਤੇ ਇਹ ਅਸੀਂ 5 ਰੁਪਏ ਵਧਾਉਂਦੇ ਆ। ਇਹ ਕਹਿੰਦੇ ਅੱਜ ਪੂਰੇ ਭਾਰਤ ਦੇ ਵਿੱਚ ਗੰਨੇ ਦਾ ਰੇਟ ਜਿਹੜਾ ਸਾਡੇ ਪੰਜਾਬ 'ਚ ਵੱਧ ਗਿਆ, ਉਹ 50 ਰੁਪਏ ਤਾਂ ਪਿੱਛੇ ਕੈਪਟਨ ਸਾਹਿਬ ਨੇ ਵਧਾ ਦਿੱਤੇ ਸੀਗੇ, ਤੇ ਐਤਕੀ 20 ਰੁਪਏ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਜਦੋਂ ਸੱਤਾ 'ਚ ਆਵਾਂਗੇ 20 ਰੁਪਏ ਵਧਾਵਾਂਗੇ। ਸੋ ਅਸੀਂ ਇਹਨਾਂ ਦਾ ਧੰਨਵਾਦ ਵੀ ਕੀਤਾ, ਬੜੀ ਚੰਗੀ ਗੱਲ ਆ। ਇਹ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਆ ਕਿ ਬਦਲ ਹੈਗਾ ਆ ਕਿ ਗੰਨਾ ਲਗਾਉਣਾ। ਅਸੀਂ ਝੋਨੇ ਤੇ ਕਣਕ ਦੇ ਫਸਲੀ ਚੱਕਰ 'ਚੋਂ ਬਾਹਰ ਆਉਨੇ ਆ, ਪਰ ਜੇਕਰ ਇਹ ਪੰਜਾਬੀਆਂ ਨੂੰ ਤੇ ਕਿਸਾਨਾਂ ਨੂੰ ਬੇਵਕੂਫ ਕੌਮ ਸਮਝਣ ਤੇ ਮੈਂ ਕਹਿੰਦਾ ਬੜੀ ਮਾਂ। ਔਰ ਦੂਜੀ ਗੱਲ ਇਹਦੇ ਵਿੱਚ ਇਹ ਆ, ਦੂਜੀ ਗੱਲ ਨਹਿਰੀ ਪਾਣੀਆਂ ਦੀ ਕਰ ਰਿਹਾ ਸੀ ਇਹ ਜੀ।
ਨਹਿਰੀ ਪਾਣੀਆਂ ਦੇ ਪ੍ਰਤੀ ਕਿੰਨੇ ਕੁ ਚਿੰਤਤ ਨੇ। ਸਾਡੇ ਸੀਐਮ ਸਾਹਿਬ ਤੇ ਸ਼ਰੇਆਮ ਸਟੇਜਾਂ ਤੇ ਖੜੇ ਹੋ ਕੇ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਦੀਆਂ ਨਹਿਰਾਂ ਥੱਲੇੋਂ ਕੱਚੀਆਂ ਰੱਖੀਆਂ ਜਾਣਗੀਆਂ, ਸੀਪੇਜ ਜਾਊਗੀ, ਜਿਹੜਾ ਵਾਟਰ ਲੈਵਲ ਅਪ ਆਊਗਾ ਸਾਡਾ ਅਪ ਹੋਊਗਾ। ਪਰ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਦੋ ਨਹਿਰਾਂ, ਇੱਕ ਬਿਸਤ ਦੁਆਬ ਨਹਿਰ ਤੇ ਇੱਕ ਕੰਢੀ ਕਨਾਲ ਨਹਿਰ। ਬਿਸਤ ਦੁਆਬ ਨਹਿਰ ਦੇ ਵਿੱਚ ਪਹਿਲਾਂ ਇਹਨਾਂ ਨੇ ਲਿਫਾਫਾ ਪਾ ਕੇ ਪੱਕਾ ਕਰ ਦਿੱਤਾ ਜੀ, ਲੈਂਟਰ ਪਾ ਕੇ। ਔਰ ਜਿਹੜੀ ਕੰਢੀ ਕਨਾਲ ਨਹਿਰ ਆ ਉਹਦੇ ਵਿੱਚ ਵੀ ਇਹ ਲਿਫਾਫਾ ਪਾ ਰਿਹਾ ਸੀ। ਅਸੀਂ 82 ਦਿਨ ਸਾਡੀ ਦੁਆਬਾ ਕਿਸਾਨ ਕਮੇਟੀ ਪੰਜਾਬ ਅੰਦੋਲਨ ਲੜਿਆ ਗਿਆ ਔਰ ਅਸੀਂ 82 ਦਿਨ ਅੰਦੋਲਨ ਲੜਿਆ। ਔਰ ਲੜਨ ਤੋਂ ਬਾਅਦ ਦੇ ਵਿੱਚ ਸਾਡੇ ਵਿਧਾਇਕ ਸਾਹਿਬ ਇੱਥੇ ਲੋਕਲ ਉੜਮ ਟਾਂਡਾ ਤੋਂ ਆਏ। ਉਹ ਕਹਿ ਰਹੇ ਸੀਗੇ ਕਿ ਜਿਹੜਾ ਆ ਥੱਲੇ ਲਿਫਾਫਾ ਨਹੀਂ ਪਊਗਾ 1 ਇੰਚ ਵੀ, ਅੱਧੀ ਨਹਿਰ ਕੱਚੀ ਹੋ ਜੂ, ਅੱਧੀ ਪੱਕੀ ਹੋ ਜੂ। ਉੱਥੇ ਸਹਿਮਤੀ ਬਣ ਗਈ ਜੀ, ਔਰ ਸਹਿਮਤੀ ਕਰਕੇ ਉਥੋਂ ਧਰਨਾ ਚੁਕਾ ਦਿੱਤਾ। ਅੱਜ ਫਿਰ ਅੱਧੇ ਦੇ ਵਿੱਚ ਫਿਰ ਲਿਫਾਫਾ ਪਾ ਰਹੇ ਆ। ਸੋ ਕਹਿਣ ਤੋਂ ਭਾਵ ਕਹਿਣੀ ਤੇ ਕਥਨੀ 'ਚ ਫਰਕ ਆ। ਇਹ ਫਸਲਾਂ ਦੀ ਗੱਲ ਕਰਦੇ ਆ, ਅਸੀਂ ਕਹਿੰਦੇ 23 ਫਸਲਾਂ ਤੇ ਐਮਐਸਪੀ ਦੇ ਦਿਓ ਭਾਈ ਸਾਨੂੰ, ਜਿਹੜੀ ਬਾਸਮਤੀ ਉੱਤੇ ਐਮਐਸਪੀ ਦੇ ਦਿਓ, ਤਿਲਨ ਪਦਾਰਥਾਂ ਤੇ ਐਮਐਸਪੀ ਦੇ ਦਿਓ, ਦਾਲਾਂ ਤੇ ਐਮਐਸਪੀ ਦੇ ਦਿਓ। ਸਾਡੇ ਪੰਜਾਬ ਦੀ ਧਰਤੀ ਤੇ ਇੰਨੀ ਉਪਜਾਊ ਆ, ਇੱਥੇ ਤਾਂ ਜਿਹੜਾ ਬੀਜ ਸਿੱਟ ਦਈਏ ਉਹ ਵੱਧਦਾ ਫੁੱਲਦਾ ਆ। ਸੋ ਹਰੇਕ ਫਸਲ ਹੋ ਜਾਂਦੀ ਆ। ਅਸੀਂ ਤਾਂ ਬਦਲ ਚਾਹੁੰਦੇ ਆ। ਅਸੀਂ ਕਹਿੰਦੇ ਆਲੂ ਤੇ ਐਮਐਸਪੀ ਦੇ ਦਿਓ ਜੀ, ਸਬਜ਼ੀਆਂ ਤੇ ਐਮਐਸਪੀ ਦੇ ਦਿਓ। ਅਸੀਂ ਬਦਲ ਕਰਨ ਵਾਸਤੇ ਤਿਆਰ ਆ। ਸਾਨੂੰ ਸ਼ੌਂਕ ਨਹੀਂ ਝੋਨਾ ਲਾਉਣ ਦਾ, ਸਾਨੂੰ ਸ਼ੌਂਕ ਨਹੀਂ ਬੋਰ ਕਰਾਉਣ ਦਾ। ਪੰਜਾਬ ਦਾ ਨਹਿਰੀ ਪਾਣੀ ਜਿਹੜਾ ਪੰਜਾਬ ਦਾ ਕੁਦਰਤੀ ਸਰੋਤ ਪਾਣੀ ਹੈ, ਉਹਨੂੰ ਸਾਡੇ ਖੇਤਾਂ ਤੱਕ ਨਹਿਰਾਂ ਬਣਾ ਕੇ ਪਹੁੰਚਾ ਦਿਓ। ਆ ਬਾਹਰ ਨੂੰ ਮੁਫਤ ਪਾਣੀ ਤੁਸੀਂ ਭੇਜ ਰਹੇ ਆ। ਤੁਸੀਂ ਕਹੀ ਜਾਂਦੇ ਆ ਕਿ ਫਸਲਾਂ ਬੰਦ ਕਰ ਦਿਓ ਬੀਜਣੀਆਂ ਜੀ, ਝੋਨਾ ਬੰਦ ਕਰ ਦਿਓ, ਕਣਕ ਬੰਦ ਕਰ ਦਿਓ, ਕੱਲ ਨੂੰ ਕਹੋਗੇ ਮੱਕੀ ਬੰਦ ਕਰ ਦਿਓ, ਤੇ ਪੰਜਾਬ ਕਿੱਥੇ ਜਾਊਗਾ? 70% ਸਾਡੇ ਕੋਲ ਕਿੱਤਾ ਹੀ ਅਮਨਦੀਪ ਜੀ ਖੇਤੀ ਦਾ ਆ। ਸੋ ਬੇਰੁਜ਼ਗਾਰ ਤੇ ਅੱਗੇ ਸਾਡੇ ਜਿਹੜੇ ਬੱਚੇ ਆ ਬਾਹਰ ਨੂੰ ਜਾ ਰਹੇ ਆ। ਜੇ ਸਾਡੀਆਂ ਫਸਲਾਂ ਬੀਜਣੀਆਂ ਬੰਦ ਕਰ ਦੇਣਗੇ ਤਾਂ ਪੰਜਾਬ ਦਾ ਤਾਂ ਬੇੜਾ ਗਰਕ ਹੋ ਜਾਊਗਾ। ਸੋ ਇਹ ਗੱਲ ਉਹਨਾਂ ਦੇ, ਮੈਂ ਕਹਿੰਦਾ ਮਨ ਦੇ ਅੰਦਰੋਂ ਸੱਚੀਆਂ ਹੀ ਨਿਕਲਦੀਆਂ ਇਹ ਗੱਲਾਂ। ਇਹ ਪੰਜਾਬ ਪ੍ਰਤੀ ਚਿੰਤਤ ਹੈ ਨਹੀਂਗੇ। ਇਹ ਬਿਆਨਬਾਜ਼ੀ ਜਿਹੜੇ ਕਰਦੇ ਆ, ਇਹਨਾਂ ਦੀ ਅਸਲ ਮਨਸ਼ਾ ਸਹੀ ਨਹੀਂ ਹੈਗੀ ਜੀ। ਸੰਜੇ ਕਪੂਰ ਜੀ, ਜੋ ਕੁਝ ਹੋਇਆ, ਜੋ ਬਿਆਨਬਾਜ਼ੀ ਹੋਈ ਆ, ਉਸ ਤੋਂ ਬਾਅਦ ਉਹਨਾਂ ਨੇ ਝੱਟ ਮਾਫੀ ਮੰਗ ਲਈ ਹੈ। ਜਿਵੇਂ ਪ੍ਰਮੋਦ ਛਾਬੜਾ ਜੀ ਨੇ ਵੀ ਦੱਸਿਆ, ਜੰਗਵੀਰ ਚੌਹਾਨ ਜੀ ਨੇ ਵੀ ਆਪਣੇ ਤਰੀਕੇ ਨਾਲ ਇਹ ਸਾਰੀ ਗੱਲ ਨੂੰ ਬਿਆਨ ਕੀਤਾ। ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੀ ਸਰਕਾਰ ਹੈ ਉਹ ਕੀ ਕਰ ਰਹੀ ਹੈ? ਕਿ ਕਿਸਾਨਾਂ ਦੇ ਪੱਖ ਦੇ ਵਿੱਚ ਕੋਈ ਕਦਮ ਚੱਕੇ ਜਾ ਰਹੇ ਹੈ, ਜਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਸ ਤਰ੍ਹਾਂ ਦੀ ਹੁੰਦੀ ਹੈ ਇਹਦੇ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਹੁੰਦਾ ਹੈ? ਪਹਿਲੀ ਗੱਲ ਤੇ ਮੈਂ ਕਹਿਣਾ ਚਾਹੁੰਦਾ ਵਾਂ ਕਿ ਮੈਂ ਛਾਬੜਾ ਜੀ ਦੀ ਗੱਲ ਨਾਲ ਬਿਲਕੁਲ ਵੀ ਐਗਰੀਡ ਨਹੀਂ ਹੈਗਾ। ਡਾਕਟਰ ਨਿੱਜਰ ਇੱਕ ਕੈਬਨਿਟ ਮਿਨਿਸਟਰ ਹੈ, ਇੱਕ ਬੜੀ ਇੰਪੋਰਟੈਂਟ ਪੋਜੀਸ਼ਨ ਲੋਕਲ ਬਾਡੀਜ਼ ਗਵਰਨਮੈਂਟ ਨੂੰ ਚਲਾਉਂਦੇ ਪਏ ਆ ਪੰਜਾਬ ਸਰਕਾਰ ਦੇ ਵਿੱਚ। ਇਹੋ ਜਿਹਾ ਬੰਦਾ ਜੇ ਇਹੋ ਜਿਹੀ ਸਟੇਟਮੈਂਟ ਦੇਵੇ ਕਿ ਪੰਜਾਬੀ ਇੱਕ ਬੇਵਕੂਫ ਕੌਮ ਹੈ, ਤੇ ਇਹ ਸਾਰੇ ਪੰਜਾਬੀਆਂ ਦਾ ਇੱਕ ਤਰ੍ਹਾਂ ਦਾ ਇਹਨੇ ਨਿਰਾਦਰ ਕੀਤਾ ਹੈ। ਔਰ ਇਹੋ ਜਿਹੇ ਸ਼ਖਸ ਨੂੰ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈਗਾ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਥੋੜੇ ਦਿਨ ਪਹਿਲੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਜਿਹੜੀ ਇਹ ਫਾਰਮਰ ਯੂਨੀਅਨਸ ਹੈਗੀਆਂ ਨਾ, ਇਹ ਪੈਸੇ ਦੇ ਕਾਰਨ ਧਰਨਾ ਲਗਾਉਂਦੀਆਂ ਪਈਆਂ ਨੇ। ਇਹ ਜਿਹੜੀ ਦੋ ਇੰਪੋਰਟੈਂਟ ਬੰਦਿਆਂ ਦੀ ਸਟੇਟਮੈਂਟ ਹੈ ਨਾ, ਇਹ ਪੰਜਾਬੀਆਂ ਦੇ ਪ੍ਰਤੀ ਤੇ ਕਿਸਾਨਾਂ ਦੇ ਪ੍ਰਤੀ ਇਹਨਾਂ ਦੀ ਸਰਕਾਰ ਦੀ ਸੋਚ ਨੂੰ ਦਰਸਾਉਂਦੀ ਹੈ। ਇਹ ਐਵੇਂ ਮੂੰਹ ਤੋਂ ਗੱਲਾਂ ਨਹੀਂ ਨਿਕਲੀਆਂ, ਇਹ ਐਕਚੁਅਲੀ ਇਹਨਾਂ ਦੇ ਦਿਲਾਂ ਦੇ ਵਿੱਚ ਹੈ ਕਿ 92 ਐਮਐਲਏ ਇਹਨਾਂ ਦੇ ਜਿਤਾ ਕੇ ਪੰਜਾਬੀਆਂ ਨੇ ਭੇਜ ਦਿੱਤੇ ਹੈ। ਇਹਨਾਂ ਨੂੰ ਵਾਕਈ ਉਹ ਬੇਵਕੂਫ ਲੱਗਦੇ ਆ। ਪੰਜਾਬੀ ਵੀ ਸਮਝਦੇ ਆ ਕਿ ਸਾਡੇ ਕੋਲ ਬੜੀ ਵੱਡੀ ਬੇਵਕੂਫੀ ਹੋ ਗਈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਤਾ ਕੇ ਭੇਜ ਦਿੱਤੀ ਹੈ। ਸੋ ਇਸ ਸਟੇਟਮੈਂਟ ਨੂੰ ਇਹ ਇੱਕ ਮਾਫੀ ਮੰਗਣ ਤੇ ਇਹਨੂੰ ਖਤਮ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਸਮਝਦਾ ਵਾਂ ਕਿ ਡਾਕਟਰ ਨਿੱਜਰ ਨੂੰ ਪੰਜਾਬੀਆਂ ਦਾ ਅਪਮਾਨ ਕਰਨ ਦੇ ਇਵਜ਼ ਦੇ ਵਿੱਚ ਅੱਜ ਪੰਜਾਬ ਸਰਕਾਰ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜਾਂ ਭਗਵੰਤ ਮਾਨ ਜੀ ਨੂੰ ਉਹਨਾਂ ਨੂੰ ਆਪਣੀ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈਗਾ ਵੈ। ਔਰ ਜਿੱਥੋਂ ਤੱਕ ਇਹ ਗੱਲ ਕਹਿੰਦੇ ਗਏ ਕਿਸਾਨਾਂ ਦੇ ਮੁੱਦਿਆਂ ਦੀ, ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਹੈਗਾ ਵਾਂ, ਮੈਂ ਕਿਸਾਨਾਂ ਵਾਸਤੇ ਬੜਾ ਕੰਸਰਨਡ ਹੈਗਾ। ਕਿਸਾਨਾਂ ਦੇ ਜਦੋਂ ਸਾਡੀ ਸਰਕਾਰ ਬਣ ਜਾਏਗੀ ਤੇ ਕਿਸਾਨਾਂ ਦੇ ਸਾਰੇ ਮਸਲੇ ਹੱਲ ਕਰ ਦੇਵਾਂਗੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜੇ ਡਾਕਟਰ ਨਿੱਜਰ ਨੇ ਕਿਹਾ ਕਿ ਜੀ ਕਿਸਾਨ ਆਰਾਮ ਪ੍ਰਸਤ ਹੈ, ਸਾਰੀ ਦੁਨੀਆ ਜਾਣਦੀ ਹੈ ਕਿ ਪੰਜਾਬ ਔਰ ਪੰਜਾਬੀ ਔਰ ਪੰਜਾਬ ਦੇ ਕਿਸਾਨ ਇੱਕ ਬੜੇ ਮਿਹਨਤੀ ਔਰ ਦਲੇਰ ਬੰਦੇ ਹੈਗੇ ਹੈ। ਅੱਜ ਇਹਨਾਂ ਨੂੰ ਉਹਨਾਂ ਦੇ ਵਿੱਚ ਖਾਮੀਆਂ ਨਜ਼ਰ ਆਉਣੀਆਂ ਚਾਲੂ ਹੋ ਗਈਆਂ ਸਰਕਾਰ ਜਾਣ ਤੋਂ ਬਾਅਦ। ਫ੍ਰੀ ਇਲੈਕਟ੍ਰਿਸਿਟੀ ਕਿਹੜਾ ਅਹਿਸਾਨ ਕਰਦੇ ਪਏ ਆ? ਫ੍ਰੀ ਬਿਜਲੀ ਦੇ ਕੇ, ਫ੍ਰੀ ਬਿਜਲੀ ਤੇ ਪਿਛਲੀਆਂ ਸਾਰੀਆਂ ਸਰਕਾਰਾਂ ਕਿਸਾਨਾਂ ਨੂੰ ਦਿੰਦੀਆਂ ਪਈਆਂ ਸੀ, ਕਿਸਾਨਾਂ ਨੂੰ ਸਪੋਰਟ ਕਰਦੀਆਂ ਪਈਆਂ ਸੀ। ਇਹ ਜੋ ਇਹਨਾਂ ਨੇ ਕੀ ਖਾਸ ਕਰ ਦਿੱਤਾ ਕਿਸਾਨਾਂ ਦੇ ਵਾਸਤੇ? ਇਹਨਾਂ ਨੇ ਇੱਕ ਮੂੰਗ ਦੀ ਦਾਲ ਤੇ ਐਮਐਸਪੀ ਦੀ ਗੱਲ ਕੀਤੀ। ਮੇਰੇ ਭਰਾ ਚੌਹਾਨ ਸਾਹਿਬ ਨੇ ਵੀ ਹੁਣੇ ਗੱਲ ਕੀਤੀ
10% ਇਹਨਾਂ ਨੇ ਫਸਲ ਨਹੀਂ ਚੁੱਕੀ ਔਰ ਐਡਾ ਖੱਪ ਪਾਇਆ ਅਖਬਾਰਾਂ ਦੇ ਵਿੱਚ, ਐਡੀਆਂ ਵੱਡੀਆਂ ਵੱਡੀਆਂ ਐਡਵਰਟਾਈਜ਼ਮੈਂਟ ਦਿੱਤੀਆਂ ਕਿ ਮੂੰਗੀ ਤੇ ਆਪਾਂ MSP ਦੇ ਦਿੱਤੀ ਹੈ ਔਰ 10% ਕ੍ਰੌਪ ਨਹੀਂ ਚੁੱਕ ਪਾਏ। ਫਿਰ ਤੁਸੀਂ ਇਹ ਦੇਖੋ ਕਿ ਇਹਨਾਂ ਨੇ 1500 ਰੁਪਏ ਪਰਾਲੀ ਦੀ ਜਿਹੜੀ ਹੈਗੀ ਸੀ ਉਹ ਕਰਨ ਵਾਸਤੇ ਪਰ ਏਕੜ ਰੱਖਿਆ ਸੀ। ਕਿਹੜੇ ਕਿਸਾਨ ਨੂੰ ਮਿਲਿਆ 1500 ਰੁਪਏ ਪਰ ਏਕੜ? ਕਿਸੇ ਕਿਸਾਨ ਨੂੰ ਮਿਲਿਆ? ਸਿਰਫ ਔਰ ਸਿਰਫ ਘੋਸ਼ਣਾਵਾਂ ਕਰਦੇ ਪਏ ਕਿਸਾਨਾਂ ਲਈ, ਅੱਜ ਤੱਕ ਸਹੀ ਤਰੀਕੇ ਕੰਮ ਨਹੀਂ ਕਰ ਪਾਏ। ਔਰ ਜਿੱਥੋਂ ਤੱਕ ਕ੍ਰੌਪ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਪਏ ਹੈ, ਇੱਕ ਅੱਛੀ ਚੀਜ਼ ਹੈ, ਪਰ ਕ੍ਰੌਪ ਡਾਈਵਰਸਿਫਿਕੇਸ਼ਨ ਜੇ ਚਾਹਦੀ ਹੈ ਸਰਕਾਰ ਕੇ ਕਿਸਾਨ ਕਰਨ ਤੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਤੇ ਉਹਨਾਂ ਨੂੰ ਦੂਜੀ ਫਸਲਾਂ ਤੇ MSP ਦੇਣੀ ਚਾਹੀਦੀ ਹੈ। ਅੱਜ ਕਿਸਾਨ ਤੇ ਇੱਕ ਸਿਕਿਉਰਿਟੀ ਮੰਗਦਾ ਹੈਗਾ ਨਾ ਪੰਜਾਬ ਸਰਕਾਰ ਕੋਲੋਂ, ਜੇ ਤੁਸੀਂ ਦੂਜੀ ਫਸਲਾਂ ਤੇ ਉਹਨਾਂ ਨੂੰ MSP ਦੇ ਦਿਓਗੇ ਤੇ ਕਿਸਾਨ ਕਿਉਂ ਝੋਨਾ ਤੇ ਕਣਕ ਨੂੰ ਬੀਜੇਗਾ? ਉਹਨਾਂ ਕੋਈ ਆਲਟਰਨੇਟਿਵ ਆ ਜਾਏਗਾ। ਸੱਚਾਈ ਇਹ ਹੈਗੀ ਹੈ ਕਿ ਇਹਨਾਂ ਦਾ ਪੰਜਾਬ ਤੇ ਪੰਜਾਬ ਦੇ ਮਸਲਿਆਂ ਦੇ ਪ੍ਰਤੀ ਕੋਈ ਧਿਆਨ ਨਹੀਂਗਾ, ਸਿਰਫ ਖਾਨਾ ਪੂਰਤੀ ਕਰਦੇ ਪਏ ਹੈ। ਔਰ ਅੱਜ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦਾ ਜਿੱਡਾ ਵੱਡਾ ਨੁਕਸਾਨ ਹੁੰਦਾ ਪਿਆ ਨਾ, ਉਹ ਸਾਰੇ ਦੇਖਦੇ ਪਏ ਹੈ। ਅੱਜ ਪੰਜਾਬ ਲੋਕਾਂ ਨੇ ਬੜੀ ਉਮੀਦਾਂ ਦੇ ਨਾਲ ਇਹ ਸਰਕਾਰ ਚੁਣੀ ਸੀ ਕਿ ਪੰਜਾਬ ਦੇ ਮਸਲਿਆਂ ਨੂੰ ਇਹ ਹੱਲ ਕਰਨਗੇ, ਪੰਜਾਬ ਨੂੰ ਕਰਜ਼ ਦੇ ਦਲਦਲ ਚੋਂ ਬਾਹਰ ਕੱਢਣਗੇ, ਬਟ ਇਹ ਕੱਖ ਨਹੀਂ ਪੰਜਾਬ ਦੀ ਕਰਦੇ ਪਏ। ਸਿਰਫ ਔਰ ਸਿਰਫ ਵੱਡੇ ਵੱਡੇ ਐਡਵਰਟਾਈਜ਼ਮੈਂਟ ਅਖਬਾਰਾਂ 'ਚ ਦੇਣ ਤੋਂ ਇਲਾਵਾ ਤੇ ਜਾਂ ਇਹਨਾਂ ਦੀ ਮਿਨਿਸਟਰੀ ਜਿਹੜੇ ਇੰਪੋਰਟੈਂਟ ਬੰਦੇ ਹੈਗੇ ਆ, ਸਰਕਾਰ ਦੇ ਨੁਮਾਇੰਦੇ ਹੈਗੇ ਆ, ਜਾਂ ਕਦੀ ਦਿੱਲੀ ਬੈਠੇ ਹੁੰਦੇ ਆ, ਜਾਂ ਹਿਮਾਚਲ 'ਚ ਬੈਠੇ ਹੁੰਦੇ ਆ, ਤੇ ਜਾਂ ਹੁਣ ਅੱਜ ਕੱਲ੍ਹ ਗੁਜਰਾਤ 'ਚ ਬੈਠੇ ਹੋਏ ਆ। ਪੰਜਾਬ ਤੇ ਪੰਜਾਬ ਦੇ ਵਿਸ਼ਿਆਂ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ ਜੀ। ਵਿਨੋਦ ਭਾਰਤੀ ਜੀ, ਤੁਹਾਨੂੰ ਕੀ ਲੱਗਦਾ ਵੀ ਇਹ ਜੋ ਕਮੈਂਟਸ ਆਏ ਆ, ਜੋ ਬਿਆਨ ਉਹਨਾਂ ਨੇ ਦਿੱਤਾ ਹੈ, ਫਿਰ ਉਹਨਾਂ ਨੇ ਮਾਫੀ ਵੀ ਮੰਗੀ ਹੈ, ਤੇ ਜਿਹੜਾ ਮਸਲਾ ਹੈ ਇਹ ਕਿੰਨਾ ਵੱਡਾ ਮਸਲਾ ਹੈ? ਕਿਉਂਕਿ ਪੰਜਾਬ ਕਿਸਾਨੀ ਤੇ ਨਿਰਭਰ ਕਰਦਾ ਹੈ। ਪ੍ਰਮੋਦ ਛਾਬੜਾ ਜੀ ਨੇ ਜਿਹੜੇ ਤਰੀਕੇ ਨਾਲ ਐਗਜ਼ਾਮਪਲ ਦਿੱਤਾ ਸੀਗਾ, ਉਹਨਾਂ ਨੇ ਇਹ ਸਾਫ਼-ਸਾਫ਼ ਆਪਣੇ ਬਿਆਨ ਦੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਅੱਜ ਤੱਕ ਉਹਨਾਂ ਦਾ ਕੋਈ, ਨਿੱਜਰ ਸਾਹਿਬ ਦਾ ਕੋਈ ਇਹੋ ਜਿਹਾ ਬਿਆਨ ਨਹੀਂ ਆਇਆ ਵਿਵਾਦਿਤ, ਤਾਂ ਕਰਕੇ ਇਹ ਮੰਨਿਆ ਜਾ ਸਕਦਾ ਹੈ ਕਿ ਉਹਨਾਂ ਦਾ ਕੋਈ ਇਹੋ ਜਿਹਾ ਮੰਤਵ ਨਹੀਂ ਸੀ, ਮਨ ਦੇ ਵਿੱਚ ਉਹਨਾਂ ਦੇ ਇਹੋ ਜਿਹੇ ਖਿਆਲ ਨਹੀਂ ਸੀ, ਗਲਤੀ ਨਾਲ ਮੂੰਹੋਂ ਇਹ ਸ਼ਬਦ ਨਿਕਲ ਗਿਆ। ਪਰ ਜੋ ਮੈਸੇਜ ਦੇਣਾ ਚਾਹ ਰਹੇ ਸੀ, ਜੋ ਕਿਸਾਨੀ ਦੇ ਪ੍ਰਤੀ ਉਹ ਚਿੰਤਾ ਜਤਾ ਰਹੇ ਸੀ, ਉਹ ਵਾਕਈ ਜ਼ਰੂਰੀ ਹੈ। ਅਮਨਦੀਪ ਜੀ, ਛਾਬੜਾ ਜੀ ਦਾ ਵਿਚਾਰ ਹੈ, ਲੇਕਿਨ ਜਿਹੜੀਆਂ ਪ੍ਰੋਬਲਮਸ ਕਿਸਾਨ ਆਗੂ ਜਗਵੀਰ ਜੀ ਨੇ ਦੱਸੀਆਂ, ਉਹ ਪ੍ਰੋਬਲਮਸ ਆਪਣੀ ਜਗ੍ਹਾ ਖੜੀਆਂ ਜੀ। ਦੇਖੋ, ਇਹ ਗੱਲ ਰਾਜਨੀਤੀ ਦੀ ਨਹੀਂ ਹੈ, ਇਹ ਗੱਲ ਪੰਜਾਬੀਅਤ ਦੀ ਅਸਮਤ ਦੀ ਹੈ। ਇੱਕ ਪੰਜਾਬ ਦਾ ਜ਼ਿੰਮੇਵਾਰ ਬੰਦਾ, ਪੰਜਾਬ ਦਾ ਜ਼ਿੰਮੇਵਾਰ ਮਿਨਿਸਟਰ, ਇੱਕ ਜ਼ਿੰਮੇਵਾਰ ਕੋਈ ਚੇਅਰ ਤੇ ਬੈਠਾ ਔਰ ਇਹੋ ਜਿਹਾ ਬਿਆਨ ਦੇ ਰਿਹਾ ਕਿ ਜਿਹਦੇ ਨਾਲ ਪੰਜਾਬ ਦੇ ਹਰ ਵਰਗ ਨੂੰ ਤਕਲੀਫ ਹੋਈ ਹੈ ਜੀ। ਇੱਥੋਂ ਇਹ ਲੱਗਦਾ ਹੈ ਕਿ ਇੰਟੀਰੀਅਰਲੀ ਜਿਹੜਾ ਮੈਟਰ ਹੈ ਇਹਨਾਂ ਦਾ, ਜੋ ਇਹਨਾਂ ਦੀ ਅੰਦਰੂਨੀ ਸੋਚ ਹੈ, ਉਹ ਖੁੱਲ ਕੇ ਬਾਹਰ ਆਈ ਹੈ ਨਿੱਜਰ ਸਾਹਿਬ ਦੇ ਬਿਆਨਾਂ ਦੇ ਥਰੂ, ਕਿ ਉਹਨਾਂ ਦੀ ਕਿਸਾਨੀ ਸੋਚ ਹੈ। ਜਦੋਂ ਇਹ ਸਰਕਾਰ ਨਹੀਂ ਸੀ ਆਈ ਤਾਂ ਉਦੋਂ ਹਰ ਧਰਨੇ 'ਚ ਜਾ ਕੇ ਭਗਵੰਤ ਮਾਨ ਜੀ ਬੈਠਦੇ ਸੀ ਔਰ ਕਹਿੰਦੇ ਸੀ ਵੀ ਸਾਡੀ ਸਰਕਾਰ ਆ ਲੈਣ ਦਿਓ, ਤੁਹਾਨੂੰ ਕਿਸੇ ਨੂੰ ਵੀ ਕੋਈ ਵੀ ਕਿਸੇ ਕਿਸਮ ਦਾ ਧਰਨਾ ਦੇਣ ਦੀ ਜ਼ਰੂਰਤ ਨਹੀਂ। ਲੇਕਿਨ ਹੈਰਾਨਗੀ ਦੀ ਗੱਲ ਹੈ ਕਿ ਅੱਜ ਇਹ ਕਿਸਾਨਾਂ ਨੂੰ ਕਹਿੰਦੇ ਨੇ ਕਿ ਵਿਹਲੇ ਨਿਕੰਮੇ ਨੇ ਔਰ ਸਾਡਾ ਵੀ ਸਮਾਂ ਬਰਬਾਦ ਕਰਦੇ ਨੇ, ਸਾਨੂੰ ਕੰਮ ਨਹੀਂ ਕਰਨ ਦਿੰਦੇ। ਜੇਕਰ ਸੋਲਣ ਕੋਈ ਬੇਰੁਜ਼ਗਾਰ ਚਲੇ ਗਏ ਉੱਥੇ ਇਹਨਾਂ ਦੇ ਰੈਲੀ ਤੇ, ਤਾਂ ਉੱਥੇ ਕਹਿੰਦੇ ਜੀ ਇਹ ਤਾਂ ਪਹਾੜੇ ਦੇ ਟੱਟੂ ਨੇ। ਮਤਲਬ ਇਹ ਸ਼ਬਦ, ਮੈਂ ਕਹਿੰਦਾ ਇਹ ਹੰਕਾਰੀ ਹੋਈ ਸਰਕਾਰ ਦੇ ਸ਼ਬਦ ਹੈ ਜਿਹੜੇ ਅੱਜ ਨਿੱਜਰ ਸਾਹਿਬ ਦੇ ਮੂੰਹ ਚੋਂ ਬਾਹਰ ਆਏ। ਮਾਫੀ ਮੰਗ ਲੈਣ ਦੇ ਨਾਲ ਮਸਲਾ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ। ਕਹਿੰਦੇ ਆ ਗੱਲ ਜ਼ਬਾਨੋਂ ਤੇ ਤੀਰ ਕਮਾਨੋਂ, ਜੇ ਨਿਕਲ ਜਾਏ ਤਾਂ ਇਹ ਵਾਪਸ ਨਹੀਂ ਆਉਂਦੇ। ਉਹਦੇ ਨਾਲ ਇਹਨਾਂ ਦੀ ਪਾਲਿਸੀ, ਇਹਨਾਂ ਦੀ ਸੋਚ ਕਿਸਾਨਾਂ ਦੇ ਪ੍ਰਤੀ, ਇਹਨਾਂ ਦੇ ਆਪਣੇ ਵਿਚਾਰ ਜਿਹੜੇ ਆ ਉਹ ਖੁੱਲ ਕੇ ਸਾਹਮਣੇ ਆਏ ਹੈ। ਇਹ ਯੂ ਟਰਨ ਸਰਕਾਰ ਹੈ, ਪਹਿਲੋਂ ਫੈਸਲੇ ਲੈਂਦੀ ਹੈ ਤੇ ਬਾਅਦ ਵਿੱਚ ਉਹ ਵਾਪਸ ਲੈਂਦੀ ਹੈ, ਜਿਹਦੇ ਨਾਲ ਪੰਜਾਬ ਨੂੰ, ਪੰਜਾਬ ਦੇ ਸ਼ਾਸਨ ਨੂੰ, ਪੰਜਾਬ ਦੇ ਪ੍ਰਸ਼ਾਸਨ ਨੂੰ, ਪੰਜਾਬ ਦੇ ਹਰ ਵਰਗ ਨੂੰ ਅਤੇ ਕਾਮਨ ਮੈਨ ਨੂੰ ਨੁਕਸਾਨ ਹੁੰਦਾ ਹੈ ਇਹ ਜੀ ਸਰਕਾਰ ਦਾ। ਕਿਉਂਕਿ ਕਿਸੇ ਐਸੇ ਬੰਦੇ ਦੇ ਹੱਥ ਆਪਾਂ ਕਾਰ ਦੀ ਚਾਬੀ ਦੇ ਦਈਏ ਜਿਹਨੂੰ ਕਾਰ ਕਦੀ ਉਹਨੇ ਦੇਖੀ ਹੋਵੇ
ਭਾਵੇਂ ਪਰ ਚਲਾਈ ਦੇ ਦੇ ਉਹ ਕਾਰ ਚਲਾਣੀ ਸ਼ੁਰੂ ਕਰ ਐਕਸੀਡੈਂਟ ਹੀ ਕਰੂਗਾ। ਇਹ ਸਰਕਾਰ ਰੋਜ਼ ਨਿਤ ਨਵੇਂ ਐਕਸੀਡੈਂਟ ਕਰਦੀ ਹੈ, ਪੰਜਾਬ ਦਾ ਨੁਕਸਾਨ ਕਰਾਉਂਦੀ ਹੈ। ਔਰ ਫਿਰ ਕਹਿੰਦੇ ਵੀ ਸਾਡਾ ਜਿਹੜਾ ਐਜੂਕੇਸ਼ਨ ਦਾ ਮਿਆਰ ਹੈ ਅਸੀਂ ਉਹ ਉੱਚਾ ਚੱਕਾਂਗੇ। ਗੱਲ ਅੱਜ ਕਿਸਾਨੀ ਦੀ ਹੋ ਰਹੀ ਹੈ। ਉਹਨਾਂ ਨੇ ਕਿਹਾ ਜੀ ਕਿਸਾਨ ਜਿਹੜਾ ਉਹ ਸਾਡਾ ਬੇਵਕੂਫ ਹੈ, ਉਹਨੂੰ ਕਿਸਾਨੀ ਕਰਨੀ ਨਹੀਂ ਆਉਂਦੀ। ਨਿੱਜਰ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨ ਨੇ ਹਿੰਦੁਸਤਾਨ ਦਾ ਢਿੱਡ ਭਰਿਆ। ਪੰਜਾਬ ਦੇ ਕਿਸਾਨ ਨੇ ਹਿੰਦੁਸਤਾਨ ਨੂੰ ਜਿਹੜਾ ਠੂਠਾ ਲੈ ਕੇ ਸਾਨੂੰ ਬਾਹਰ ਕਣਕ ਲਈ ਘੁੰਮਣਾ ਪੈਂਦਾ ਸੀ, ਅੱਜ ਅਸੀਂ ਕਣਕ ਐਕਸਪੋਰਟ ਕਰ ਰਹੇ ਹਾਂ ਜੀ। ਫਿਰ ਇਹ ਕਹਿੰਦੇ ਕਿ ਜੀ ਤੁਸੀਂ ਡਾਇਵਰਸਿਫਿਕੇਸ਼ਨ ਕਰੋ। ਡਾਇਵਰਸਿਫਿਕੇਸ਼ਨ ਕਿਹਨੇ ਕਰਾਣੀ ਹੈ? ਸਰਕਾਰਾਂ ਹੀ ਕਰਾਉਂਦੀਆਂ ਹੁੰਦੀਆਂ ਨੇ। ਜੇ ਇਹਨਾਂ ਨੇ ਮੂੰਗੀ ਦੀ ਦਾਲ ਦੀ ਗੱਲ ਕੀਤੀ ਤਾਂ ਉਹਦੇ ਤੇ ਸਰਕਾਰ ਪੂਰੀ ਨਹੀਂ ਉਤਰੀ। ਜੇ ਬਾਸਮਤੀ ਦੀ ਗੱਲ ਕੀਤੀ ਤਾਂ ਸਰਕਾਰ ਉਹਦੇ ਤੇ ਪੂਰੀ ਨਹੀਂ ਉਤਰੀ। ਫਿਰ ਕਹਿੰਦੇ ਇਹਨਾਂ ਨੂੰ ਫ੍ਰੀ ਬਿਜਲੀ ਮਿਲਦੀ ਹੈ। ਤੁਹਾਨੂੰ ਕਿਹਨੇ ਕਿਹਾ ਸੀਗਾ ਵੀ ਤੁਸੀਂ ਯੂਨਿਟ ਵਧਾ ਦਿਓ, 200 ਤੋਂ 300 ਕਰ ਦਿਓ? ਤੁਸੀਂ ਆਪ ਹੀ ਫ੍ਰੀ ਕਰੀ ਜਾਂਦੇ ਹੋ, ਆਪ ਹੀ ਰੌਲਾ ਪਾਈ ਜਾਂਦੇ ਹੋ। ਮਤਲਬ ਇਹ ਹੈ ਕਿ ਜੇ ਲੋਕਾਂ ਨਾਲ ਹਮਦਰਦੀ ਹੈ ਤਾਂ ਉਹਦਾ ਢੰਗ ਇਹ ਨਹੀਂ ਹੈਗਾ ਵੀ ਆਪਾਂ ਉਹਨਾਂ ਨੂੰ ਟੀਚਰਾਂ ਕਰੀਏ। ਕਿਸਾਨ ਮਿਹਨਤੀ ਹੈ ਔਰ ਪੰਜਾਬ ਦਾ ਕਿਸਾਨ ਤਾਂ ਜਿੱਥੇ ਸੀਗੇ ਜਿੱਥੇ ਫਸਲਾਂ ਹੁੰਦੀਆਂ ਨਹੀਂ ਸੀ, ਜਦੋਂ ਪੰਜਾਬ ਦੇ ਕਿਸਾਨਾਂ ਨੂੰ ਉੱਧਰ ਬੁਲਾਇਆ ਗਿਆ ਤਾਂ ਉੱਥੇ ਉਹਨਾਂ ਨੇ ਹਰਾ ਭਰਾ ਕਰਤਾ। ਗੁਜਰਾਤ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਨੇ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਸੀਂ ਇੱਥੇ ਖੇਤੀਬਾੜੀ ਕਰੋ, ਇਹ ਜਿਹੜੀ ਹੈ ਬੰਜਰ ਹੈ, ਤੁਸੀਂ ਖੇਤੀਬਾੜੀ ਕਰੋ, ਇਹ ਜਗ੍ਹਾ ਤੁਹਾਨੂੰ ਦੇ ਦਿੱਤੀ ਜਾਊਗੀ। ਜਦੋਂ ਉਹ ਜਗ੍ਹਾ ਤੇ ਮਿਹਨਤ ਕੀਤੀ, ਹਰਿਆ ਭਰਿਆ ਹਰਿਆਲੀ ਲਿਆਤੀ, ਉੱਥੇ ਫਸਲਾਂ ਹੋਣ ਲੱਗ ਪਈਆਂ ਤੇ ਅੱਜ ਮੋਦੀ ਸਾਹਿਬ ਦੀ ਗੁਜਰਾਤ ਸਰਕਾਰ ਉੱਥੇ ਬੇਈਮਾਨ ਹੋ ਗਈ ਤੇ ਕਹਿੰਦੇ ਵੀ ਕਿਸਾਨਾਂ ਨੂੰ ਕਹਿੰਦੇ ਤੁਸੀਂ ਚਲੋ ਵਾਪਸ। ਅੱਜ ਕਿਸਾਨ ਜਾਵੇ ਤਾਂ ਜਾਵੇ ਕਿੱਥੇ? ਸੋ ਇਸ ਲਈ ਪੰਜਾਬ ਸਰਕਾਰ ਨੂੰ ਅੱਜ ਇਸ ਗੱਲ ਤੇ ਪਛਤਾਵਾ ਕਰਨਾ ਚਾਹੀਦਾ। ਮਾਫੀ ਮੰਗ ਲਈ ਉਹਨਾਂ ਨੇ, ਚੰਗਾ ਕੀਤਾ। ਔਰ ਅੱਗੋਂ ਵੀ ਵਿਸ਼ਵਾਸ ਦਿਵਾਉਣ ਕਿ ਪੰਜਾਬ ਦੇ ਕਿਸਾਨ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਔਰ ਸਹਿਯੋਗ ਦੇਵਾਂਗੇ। ਕਿਸੇ ਕਿਸਮ ਦੀ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਆਏਗੀ। ਸ਼ਬਦ ਕਹੇ ਗਏ ਹੈ, ਉਹਨਾਂ ਨੂੰ ਦੁੱਖ ਹੈ, ਉਹਨਾਂ ਲਈ ਉਹਨਾਂ ਨੇ ਕਹਿਤਾ ਕਿ ਮਾਫੀ ਮੰਗਦੇ ਆ, ਪਰ ਜਿਹੜੀ ਨੀਤੀ ਨਿਕਲ ਕੇ ਬਾਹਰ ਆਈ ਹੈ ਉਹਦਾ ਤਾਂ ਪਤਾ ਆਉਣ ਵਾਲੇ ਟਾਈਮ 'ਚ। ਜੀ ਬਿਲਕੁਲ। ਜੋ ਉਹਨਾਂ ਨੇ ਸ਼ਬਦ ਕਹੇ ਉਹਦੇ ਲਈ ਚਲੋ ਉਹਨਾਂ ਨੇ ਮਾਫੀ ਵੀ ਮੰਗ ਲਈ, ਪਰ ਮਸਲਾ ਇਹ ਹੈ ਕਿ ਜਿਹਦੇ ਬਾਬਤ ਉਹਨਾਂ ਨੇ ਸ਼ਬਦ ਕਹੇ ਸੀ, ਜਿਵੇਂ ਹੁਣੇ ਵੀ ਪ੍ਰਮੋਦ ਜੀ ਨਾਲ ਗੱਲ ਆਪਾਂ ਕੀਤੀ ਹੈ, ਪ੍ਰਮੋਦ ਜੀ ਜਿਹੜੇ ਸ਼ਬਦ ਉਹਨਾਂ ਨੇ ਕਹੇ ਉਹਨਾਂ ਨੇ ਚਲੋ ਮਾਫੀ ਮੰਗ ਲਈ, ਤੁਸੀਂ ਵੀ ਦੱਸਿਆ ਕਿ ਕੀ ਮੰਤਵ ਹੋ ਸਕਦਾ ਹੈ, ਪਰ ਮਸਲਾ ਵੱਡਾ ਇਹ ਹੈ ਕਿ ਉਹਨਾਂ ਨੇ ਸ਼ਬਦ ਕਹੇ ਜਾਂ ਮਸਲਾ ਵੱਡਾ ਇਹ ਹੈ ਕਿ ਕਿਸ ਬਾਬਤ ਕਹੇ, ਕਿਹੜਾ ਮੁੱਦਾ ਹੈ? ਕਿਉਂਕਿ ਮੁੱਦਾ ਵਾਕਈ ਇਹ ਗੰਭੀਰ ਹੈ। ਅਸੀਂ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਪੰਜਾਬ ਦੀ ਕਿਸਾਨੀ ਉਹ ਮਾੜੇ ਦੌਰ ਵੱਲ ਜਾ ਰਹੀ ਹੈ। ਅਸੀਂ ਚਾਹੇ ਰੇਹਾਂ ਸਪਰੇਹਾਂ ਪਾ ਕੇ ਅਸੀਂ ਜ਼ਮੀਨਾਂ ਨੂੰ ਖਰਾਬ ਕਰਨ ਦੀ ਗੱਲ ਕਹੀਏ, ਜਾਂ ਅਸੀਂ ਜ਼ਮੀਨੀ ਪਾਣੀ ਨੂੰ ਹੋਰ ਪੱਧਰ ਉਹਦਾ ਹੇਠਾਂ ਡੇਗਣ ਦੀ ਗੱਲ ਕਰੀਏ, ਜਾਂ ਅਸੀਂ ਫਸਲੀ ਚੱਕਰ ਦੀ ਵੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਕਿਸਾਨ ਪੰਜਾਬ ਦਾ ਉਲਝਿਆ ਹੋਇਆ ਤੇ ਇਹ ਵਾਕਈ ਚਿੰਤਾ ਦਾ ਵਿਸ਼ਾ ਹੈ। ਤੇ ਇਹਦੇ ਲਈ ਪੰਜਾਬ ਨੂੰ ਕਿਵੇਂ ਨਜਿੱਠਣਾ ਪਊਗਾ ਪ੍ਰਮੋਦ ਜੀ? ਆਵਾਜ਼ ਨਹੀਂ ਆ ਰਹੀ ਸਰ ਪ੍ਰਮੋਦ ਤੁਹਾਡੀ। ਪ੍ਰਮੋਦ ਜੀ ਹਾਂਜੀ ਜੀ ਆ ਰਹੀ ਹੈ ਜੀ। ਜੀ ਜੀ ਬਿਲਕੁਲ ਆ ਰਹੀ ਹੈ। ਜਿਹੜੀ ਡਾਕਟਰ ਨਿੱਜਰ ਦੇ ਬਿਆਨਾਂ ਦੀ ਗੱਲ ਹੈ, ਕੋਈ ਮੈਂ ਉਹਨਾਂ ਦੀ ਵਕਾਲਤ ਕਰਨ ਵਾਸਤੇ ਇੱਥੇ ਨਹੀਂ ਬੈਠਾ। ਜੰਗਵੀਰ ਹੋਣਾ ਨੇ ਜਾਂ ਸੰਜੇ ਜੀ ਨੇ ਜਾਂ ਵਿਨੋਦ ਜੀ ਨੇ ਮੇਰੇ ਉੱਪਰ ਲਾਤਾ। ਸ਼ਾਇਦ ਬੈਟਰ ਇਹ ਹੁੰਦਾ ਕਿ ਆਮ ਆਦਮੀ ਪਾਰਟੀ ਦੀ ਕੁਰਸੀ ਖਾਲੀ ਨਾ ਹੁੰਦੀ ਔਰ ਉਹਨਾਂ ਦਾ ਕੋਈ ਨਾ ਕੋਈ ਬੰਦਾ ਇੱਥੇ ਬੈਠਾ ਹੁੰਦਾ ਤੇ ਉਹ ਜਵਾਬ ਦਿੰਦਾ। ਜੀ ਮੈਂ ਜੋ ਗੱਲ ਕੀਤੀ ਹੈ, ਮੈਂ ਇੱਕ ਕਾਮਨ ਮੈਨ ਦੇ ਨਾਤੇ ਗੱਲ ਕੀਤੀ ਹੈ, ਮੀਡੀਆ ਦੇ ਨਾਲ ਜੁੜਿਆ ਹੋਇਆ ਇਨਸਾਨ ਆ, ਇਸ ਕਰਕੇ ਮੇਰਾ ਥੋੜਾ ਜਿਹਾ ਜੋ ਜਿੰਨੀ ਕੋ ਮੇਰੀ ਸਮਝ ਕੰਮ ਕਰਦੀ ਹੈ ਮੈਂ ਉਹ ਗੱਲ ਕੀਤੀ ਹੈ। ਅਗਰ ਮੇਰੀ ਗੱਲ ਤੋਂ ਕਿਸੇ ਮੇਰੇ ਪੈਨਲਿਸਟ ਵੀਰ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਸ ਚੀਜ਼ ਦੀ ਮਾਫੀ ਮੰਗਦਾ, ਪਰ ਇਹ ਮਾਫੀ ਉਹ ਨਾ ਸਮਝੀ ਜਾਵੇ ਜਿਵੇਂ ਡਾਕਟਰ ਨਿੱਜਰ ਨੇ ਮੰਗ ਲਈ। ਮੈਂ ਜੋ ਗੱਲ ਕਹਿ ਰਿਹਾ, ਮੇਰੇ ਗੱਲ ਦੇ ਪਿੱਛੇ ਕੁਝ ਸੀ। ਮੇਰੀ ਗੱਲ ਦੇ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਨੇ ਜੋ ਗੱਲ ਕਹੀ ਉਹਦੀ ਮਾਫੀ ਮੰਗ ਲਈ। ਲੇਕਿਨ ਅੱਜ ਸਵਾਲ ਜਿਹੜਾ ਇੱਕ ਖੜਾ ਹੁੰਦਾ ਹੈ ਵੀ ਇਹ ਫਸਲੀ ਇਹ ਤਾਂ ਇਸ ਤਰ੍ਹਾਂ ਹੀ ਚੱਲੇਗਾ ਔਰ ਜ਼ਿਆਦਾ ਸਮਾਂ ਚੱਲਣ ਵਾਲਾ ਵੀ ਨਹੀਂ ਹੈ। ਜੋ ਫਸਲੀ ਚੱਕਰ ਸਾਡਾ ਪੰਜਾਬ ਦਾ ਬਣਿਆ ਹੋਇਆ ਜਾਂ ਸਾਡੇ ਦੇਸ਼ ਦਾ ਬਣਿਆ ਹੋਇਆ, ਝੋਨਾ ਕਣਕ ਨਰਮਾ, ਇਹਨਾਂ ਤੋਂ ਬਾਹਰ ਅਸੀਂ ਨਹੀਂ ਆ ਪਾ ਰਹੇ। ਉਹਦੇ ਕਾਰਨ ਕੀ ਨੇ? ਉਹਨਾਂ ਕਾਰਨਾਂ ਦੇ ਵੱਲੇ ਸਾਨੂੰ ਜਾਣਾ ਪਏਗਾ।
ਜੀ ਮੈਂ ਪੰਜਾਬ ਸਰਕਾਰ ਨੂੰ ਇੱਕ ਇਹਨਾਂ ਦੇ ਪੋਰਟਲ ਦੇ ਉੱਪਰ ਇੱਕ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਜਿਹੜੀਆਂ ਜ਼ਮੀਨਾਂ ਖਾਲੀ ਕਰਾ ਰਹੇ ਹੋ ਉਹਨਾਂ ਜ਼ਮੀਨਾਂ ਦੇ ਵਿੱਚੋਂ 5-5 ਏਕੜ ਪ੍ਰਤੀ ਪਿੰਡ ਜਿਹੜੀ ਜ਼ਮੀਨ ਹੈ ਉਹਨੂੰ ਤੁਸੀਂ ਇੱਕ ਮੁਸ਼ਤਰਕਾ ਮਾਲਕਾਂ ਜੀ ਕੈਟਾਗਰੀ ਦੇ ਵਿੱਚ ਲਿਆ ਕੇ ਜੀ। ਉਹਨੂੰ ਮਨਰੇਗਾ ਦੇ ਖਾਤੇ ਦੇ ਵਿੱਚ ਪਾ ਕੇ ਉਹਦੇ ਵਿੱਚ ਇੱਕ ਵੱਡੇ ਤੁਸੀਂ ਡਕਟਿੰਗ ਸਿਸਟਮ ਬਣਾਓ ਜਿੰਦੇ ਵਿੱਚ ਪਰਾਲੀ ਦਾ ਵੀ ਸਟੋਰੇਜ ਹੋ ਜਾਏ ਔਰ ਪਰਾਲੀ ਬਾਅਦ ਜਿਵੇਂ ਇਹ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉਹ ਹੋ ਜਾਏ। ਲੇਕਿਨ ਇਹਨਾਂ ਨੇ ਕਈ ਵਾਰ ਉਹ ਗੱਲ ਕਰਨ ਤੋਂ ਬਾਅਦ ਇੱਕ ਵਾਰੀ ਮੇਰੇ ਨਾਲ ਸਲਾਹ ਵੀ ਕੀਤੀ ਸੀ, ਥੋੜੀ ਜਿਹੀ ਗੱਲ ਵੀ ਹੋਈ ਸੀ, ਲੇਕਿਨ ਇਹਨਾਂ ਨੇ ਉਸਦੇ ਪਾਸੇ ਕਿਸੇ ਪਾਸੇ ਚੱਲਣ ਦਾ ਕੋਈ ਇਹਨਾਂ ਨੇ ਵਿਚਾਰ ਨਹੀਂ ਕੀਤਾ ਜਿਹੜਾ ਵਾਟਰ ਲੈਵਲ ਨੂੰ ਅਸੀਂ ਉੱਪਰ ਚੱਕ ਸਕੀਏ। ਦੂਜੀ ਗੱਲ ਇਹ ਵੀ ਕਿਸਾਨਾਂ ਨੂੰ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਦੀ ਸਲਾਹ ਦਿੰਦੇ ਆ। ਫਸਲੀ ਚੱਕਰ ਦੇ ਵਿੱਚੋਂ ਕਿਸਾਨ ਨਿਕਲਣਾ ਚਾਹੁੰਦਾ, ਮੇਰੀ ਗੱਲ ਕੱਟੀ ਗਈ ਸੀ, ਮੇਰੀ ਗੱਲ ਪੂਰੀ ਨਹੀਂ ਹੋ ਪਈ, ਮੈਂ ਉਸ ਗੱਲ ਦੇ ਉੱਪਰ ਦੁਬਾਰਾ ਆ ਰਿਹਾ। ਕਿਸਾਨ ਫਸਲੀ ਚੱਕਰ ਦੇ ਵਿੱਚੋਂ, ਅਮਨਦੀਪ ਜੀ ਮੈਂ ਦਾਅਵੇ ਨਾਲ ਕਹਿਣਾ ਕਿਉਂਕਿ ਮੈਂ ਖੁਦ ਖੇਤੀ ਕਿਸਾਨੀ ਦੇ ਬਾਰੇ ਬੜੀ ਬਿਹਤਰੀ ਜਾਣਦਾ ਔਰ ਉਸ ਖੇਤੀ ਕਿਸਾਨੀ ਨਾਲ ਜੁੜਿਆ ਹੋਇਆ। ਅਸੀਂ ਲੋਕ ਚਾਹੁੰਦੇ ਆ, ਤੁਸੀਂ ਗੱਲ ਸੁਣੋ ਮੇਰੀ, ਆਲੂ ਜਿਹੜਾ ਹੈ, ਆਲੂ ਦੀ ਗੱਲ ਚੱਲੀ ਸੀ, ਆਲੂ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਜਿਹੜੇ ਵੇਚੇ ਜਾਂਦੇ ਆ 25 ਰੁਪਏ ਤੋਂ ਲੈ ਕੇ 40 ਰੁਪਏ ਕਿਲੋ ਤੱਕ ਵੇਚਿਆ ਜਾਂਦਾ ਜੀ। ਔਰ ਕਿਸਾਨ ਕੋਲੋਂ ਆਲੂ ਕੀ ਰੇਟ ਚੱਕਿਆ ਜਾ ਰਿਹਾ? ਕਿਸਾਨ ਦਾ ਆਲੂ ਕਿੱਥੇ ਜਾ ਰਿਹਾ? 2 ਰੁਪਏ 2.5 ਰੁਪਏ ਜਾਂ ਵੱਧ ਤੋਂ ਵੱਧ ਬਹੁਤ ਵਧੀਆ ਕੁਆਲਿਟੀ ਦਾ ਤਾਂ 5 ਰੁਪਏ ਜਾ ਰਿਹਾ। ਸੋ ਇਹ ਜਿਹੜਾ ਅੰਤਰ ਹੈ ਮਾਰਕੀਟ ਦੇ ਵਿੱਚ ਔਰ ਕਿਸਾਨ ਦੀ ਫਸਲ ਦੇ ਜਿਹੜੀ ਹੈ ਵੀ ਉਹ ਕੁਆਲਿਟੀ ਦੇ ਵਿੱਚ ਉਹ ਕਿੱਥੇ ਹੈ, ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਬੈਲੈਂਸ ਕਰਨੀਆਂ ਪੈਣਗੀਆਂ। ਹੁਣ ਸਰਕਾਰ ਕਿਸਾਨ ਫਸਲ ਦਾ ਚੱਕਰ ਕੱਢਣਾ ਚਾਹੁੰਦਾ ਹੈ, ਬੜੀਆਂ ਫਸਲਾਂ ਕਿਸਾਨ ਦੇ ਦਿਮਾਗ ਵਿੱਚ ਨੇ, ਕਰਦੇ ਵੀ ਹੈ ਸਾਈਡ ਤੇ ਉੱਪਰ ਜਿਸ ਵੇਲੇ ਨਰਮੇ ਦੀ ਫਸਲ ਹੁੰਦੀ ਹੈ ਤੇ ਕੁਝ ਚੀਜ਼ਾਂ ਆਪਣੇ ਆਪ ਹੀ ਸਾਈਡ ਤੋਂ ਹੁੰਦੀਆਂ, ਕੁਝ ਜਿਵੇਂ ਸਰੋਂ ਦੀ ਖੇਤੀ ਹੁੰਦੀ ਹੈ, ਸਾਰਾ ਕੁਝ ਹੋਰ ਕਈ ਚੀਜ਼ਾਂ ਐਸੀਆਂ ਜਿਹੜੀਆਂ ਕਿਸਾਨ ਕਰ ਸਕਦਾ ਔਰ ਕਰਨਾ ਚਾਹੁੰਦਾ ਹੈ। ਲੇਕਿਨ ਸਿਰਫ ਇੱਕੋ ਗੱਲ ਦੀ ਕਿਸਾਨ ਗਰੰਟੀ ਚਾਹੁੰਦਾ ਸਰਕਾਰ ਕੋਲੋਂ ਕਿ ਸਾਡੀ ਫਸਲ ਜਿਹੜੀ ਹੈ ਰੁਲੇ ਨਾ, ਸਾਡਾ ਫਸਲ ਵਿਕਣ ਤੋਂ ਬਾਅਦ ਸਾਨੂੰ ਉਹਦਾ ਪੈਸਾ ਜਿਹੜਾ ਟਾਈਮ ਸਿਰ ਮਿਲ ਜੇ। ਅਸੀਂ ਜਿਹੜੇ ਲੈਣੇ ਦੇਣੇ ਕਰਨੇ ਆ, ਪਰਿਵਾਰ ਦੇ ਖਰਚੇ ਕੱਢਣੇ ਆ ਜਾਂ ਸ਼ਾਦੀਆਂ ਕਰਨੀਆਂ ਨੇ ਜਾਂ ਘਰ ਦੇ ਕੋਈ ਕੰਮ ਕਰਨੇ ਆ, ਅਸੀਂ ਉਸ ਚੀਜ਼ ਨੂੰ ਕਰ ਲਈਏ। ਵਾਟਰ ਲੈਵਲ ਸਿਸਟਮ ਵੀ ਕਿਸਾਨ ਨੇ ਉੱਪਰ ਨਹੀਂ ਲੈ ਕੇ ਆਣਾ। ਵਾਟਰ ਲੈਵਲ ਸਿਸਟਮ ਉਦੋਂ ਹੀ ਉੱਪਰ ਆਏਗਾ ਜਦੋਂ ਕਿਸਾਨ ਝੋਨੇ ਦੇ ਇਸ ਚੱਕਰ ਦੇ ਵਿੱਚੋਂ ਨਿਕਲੇਗਾ, ਕਿਉਂਕਿ ਝੋਨੇ ਦੀ ਫਸਲ ਦੇ ਉੱਪਰ MSP ਮਿਲ ਜਾਂਦੀ ਹੈ ਔਰ ਉਹਦੀ ਜਿਹੜੀ ਹੈ ਪੇਮੈਂਟ ਕਿਸਾਨ ਨੂੰ ਮਿਲ ਜਾਂਦੀ ਕੁਝ ਟਾਈਮ ਸਿਰ। ਇਸ ਕਰਕੇ ਕਿਸਾਨ ਸੋਚਦਾ ਵੀ ਵੇਚ ਕੇ ਫਾਰਗ ਹੋਈਏ। ਲੇਕਿਨ ਜਿਹੜੀ ਚੀਜ਼ ਹੈ ਵੀ ਅਗਰ ਫਸਲੀ ਚੱਕਰ ਦੇ ਵਿੱਚੋਂ ਵਾਟਰ ਲੈਵਲ ਨੂੰ ਉੱਪਰ ਲੈ ਕੇ ਆਉਣਾ ਪਏਗਾ, ਉਹਦੇ ਵਾਸਤੇ ਜਿਵੇਂ ਲਗਭਗ ਇਹ ਕਹਿ ਰਹੇ ਸੀ ਕਿ 60,000 ਏਕੜ ਜ਼ਮੀਨ ਜਿਹੜੀ ਹੈ ਪੰਜਾਬ ਦੀ ਪੰਚਾਇਤਾਂ ਦੀ ਜਿਹੜੀ ਹੈ ਵੀ ਉਹ ਅਸੀਂ ਛੁਡਾਣੀ ਹੈ ਔਰ ਲਗਭਗ ਕਹਿ ਰਹੇ ਸੀ ਕਿ 10-12 ਹਜ਼ਾਰ ਏਕੜ ਛੁਡਾ ਵੀ ਲਈ ਹੈ। ਉਸ ਜ਼ਮੀਨ ਦਾ ਕੀ ਕਰ ਰਿਹਾ? ਉਹਨੂੰ ਵਾਪਸ ਜਿਹੜਾ ਹੈ ਉਹ ਦੇ ਰਹੇ ਹੈ, ਜਦ ਕਿ ਉਹਨੂੰ ਚਾਹੀਦਾ ਹੈ ਉਹ ਜ਼ਮੀਨ ਪੰਚਾਇਤਾਂ ਕੋਲੇ ਰਵੇ, ਉਹਦੇ ਵਿੱਚ ਛੱਪੜ ਬਣਾਏ ਜਾਣ ਜਿਵੇਂ ਪਿੰਡਾਂ ਦੇ ਵਿੱਚ ਪਹਿਲੇ ਹੁੰਦੇ, ਔਰ ਛੱਪੜਾਂ ਦੇ ਵਿੱਚ ਡਕਟਿੰਗ ਸਿਸਟਮ ਬਣਾਇਆ ਜਾਵੇ। ਡਕਟਿੰਗ ਸਿਸਟਮ ਹੁੰਦਾ ਜਿੰਦੇ ਨਾਲ ਬਾਰਿਸ਼ਾਂ ਦਾ ਪਾਣੀ, ਹੋਰ ਪਾਣੀ, ਘਰਾਂ ਦਾ ਪਾਣੀ, ਸਾਰਾ ਉਹਦੇ ਵਿੱਚੋਂ ਵਾਟਰ ਜਿਹੜਾ ਹੈ ਉਹ ਇੰਜੈਕਟ ਹੁੰਦਾ ਜ਼ਮੀਨ ਦੇ ਵਿੱਚ ਵਾਪਸ। ਨਹਿਰਾਂ ਦੇ ਥੱਲੇ ਪਲਾਸਟਿਕ ਪਾਉਣ ਨਾਲ ਜਾਂ ਨਾ ਪਾਉਣ ਨਾਲ ਜਾਂ ਕੱਚੀਆਂ ਰੱਖਣ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਉਸ ਚੀਜ਼ ਦੇ ਨਾਲ ਜਿਹੜਾ ਛੱਪੜ ਵਿੱਚ ਪਰਮਾਨੈਂਟ ਪਾਣੀ ਖੜਾ ਰਹਿੰਦਾ ਜੀ, ਪਸ਼ੂ ਨਹਾਉਂਦੇ ਸੀ ਔਰ ਉਹਦੇ ਵਿੱਚ ਮੱਛੀ ਪਾਲਣ ਹੋ ਸਕਦਾ ਹੈ, ਉਹਦੇ ਕੁਝ ਏਰੀਏ ਦੇ ਵਿੱਚ ਪੋਲਟਰੀ ਫਾਰਮ ਬਣ ਸਕਦੇ ਹੈ, ਉਹਨਾਂ ਦੇ ਨਾਲ ਡੇਅਰੀ ਫਾਰਮ ਨੂੰ ਜਿਹੜਾ ਹੈ ਬੈਨੀਫਿਟ ਹੋ ਸਕਦਾ ਹੈ। ਔਰ ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋਣਗੀਆਂ, ਉਹਦੇ ਵਾਸਤੇ ਪਹਿਲ ਸਰਕਾਰ ਨੂੰ ਕਰਨੀ ਪਵੇਗੀ ਕਿ ਕਿਸਾਨ ਇੱਕ ਜਿਹੜਾ ਹੈ 5 ਏਕੜ ਤੋਂ ਲੈ ਕੇ ਜਾਂ 20-25-30 ਏਕੜ ਦੀ ਐਵਰੇਜ ਜਿਹੜੀ ਹੈ ਪੰਜਾਬ ਦੇ ਕਿਸਾਨ ਦੀ ਆਉਂਦੀ ਹੈ, ਇਸ ਤੋਂ ਜ਼ਿਆਦਾ ਨਹੀਂ ਆਉਂਦੀ। ਔਰ ਕਈ ਤਾਂ 5 ਏਕੜ ਤੋਂ ਵੀ ਵਿਚਾਰੇ ਘੱਟ ਹੈ, ਕਨਾਲ ਦੇ ਵਿੱਚ ਜਿਹੜੇ 2-2 ਕਨਾਲਾਂ ਦੇ ਵਿੱਚ ਆਦੀਆਂ ਸਬਜ਼ੀਆਂ ਬੀਜ ਕੇ ਰੋਜ਼ ਵੇਚ ਕੇ ਗੁਜ਼ਾਰਾ ਕਰਦੇ ਆ। ਸੋ ਕਿਸਾਨੀ ਸਿਸਟਮ ਨੂੰ ਲੈਵਲ ਤੇ ਲਿਆਉਣ ਵਾਸਤੇ ਸਰਕਾਰ ਨੂੰ ਇਮਾਨਦਾਰੀ ਦੇ ਨਾਲ ਕੰਮ ਕਰਨਾ ਪਏਗਾ ਔਰ ਜਿਹੜੀਆਂ ਇਹੋ ਜਿਹੀਆਂ ਬਿਆਨਬਾਜ਼ੀਆਂ ਨੇ ਉਹਨਾਂ ਤੋਂ ਇਹਨਾਂ ਨੂੰ ਬਚਣਾ ਪਏਗਾ। ਚਾਹੇ ਉਹ ਭਗਵੰਤ ਮਾਨ ਸਾਹਿਬ ਦਾ ਇਹ ਕਹਿਣਾ ਹੋਵੇ ਕਿ ਕਿਸਾਨਾਂ ਨੇ ਤਾਂ ਫੰਡ ਇਕੱਠੇ ਕਰਨੇ ਹੁੰਦੇ, ਇਸ ਵਾਸਤੇ ਧਰਨੇ ਲਾਉਂਦੇ ਆ, ਜਾਂ ਡਾਕਟਰ ਨਿੱਜਰ ਸਾਹਿਬ ਨੇ ਜੋ ਗੱਲ ਕਹੀ ਹੈ, ਔਰ ਉਹ ਸਾਰੀਆਂ ਚੀਜ਼ਾਂ ਤੋਂ ਇਹਨਾਂ ਨੂੰ ਬਚਣਾ ਪਏਗਾ। ਔਰ ਇਹੋ ਜਿਹੀ ਚੀਜ਼ ਅਗਰ ਕਿਸਾਨ ਦੇ ਬਾਰੇ, ਖੇਤੀ ਦੇ ਬਾਰੇ ਇਮਾਨਦਾਰੀ ਦੇ ਨਾਲ ਇੱਕ ਟੀਮ ਬਣਾ ਕੇ, ਇੱਕ ਟੀਮ ਵਰਕ ਦੇ ਨਾਲ ਕੰਮ ਕਰਦੇ ਹੈ, ਬੜੇ ਸੁਲਝੇ ਹੋਏ ਕਿਸਾਨ ਸਾਡੇ ਕੋਲ ਹੈ, ਬੜੇ ਸੁਲਝੇ ਹੋਏ ਬੁੱਧੀਜੀਵੀ ਸਾਇੰਟਿਸਟ ਜਿਹੜੇ ਇਸ ਫੀਲਡ ਦੇ ਨਾਲ ਜੁੜੇ ਹੋਏ ਆ ਉਹ ਸਾਡੇ ਕੋਲ ਹੈ। ਉਹਨਾਂ ਦੀ ਸਲਾਹ ਦੇ ਨਾਲ ਅਗਰ ਹਰ ਪਿੰਡ ਦੇ ਵਿੱਚ ਕੋਈ ਸਿਸਟਮ ਬਣਾਇਆ ਜਾਵੇਗਾ ਤੇ ਉਸ ਚੀਜ਼ ਦਾ ਵਾਟਰ ਲੈਵਲ ਵੀ ਅਸੀਂ ਬਚਾ ਪਾਵਾਂਗੇ, ਗਰਾਊਂਡ ਵਾਟਰ ਲੈਵਲ ਜਿਹੜਾ ਸਾਡਾ ਡਾਊਨ ਜਾ ਰਿਹਾ। ਔਰ ਇਸ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਦੇ ਵਾਸਤੇ ਕਿਸਾਨ ਨੂੰ ਸਿਰਫ ਔਰ ਸਿਰਫ ਇੱਕੋ ਚੀਜ਼ ਚਾਹੀਦੀ ਹੈ ਕਿ ਉਹਨੂੰ ਉਹਦੀ ਫਸਲ ਦੀ ਕੀਮਤ ਟਾਈਮ ਸਿਰ ਮਿਲ ਜਾਏ ਔਰ ਗਰੰਟਿਡ ਪੇਮੈਂਟ ਹੋਵੇ ਕਿ ਸਾਨੂੰ ਇਹਦੀ ਜਿਹੜੀ ਕੀਮਤ ਹੈ ਉਹ ਮਿਲ ਜੇਗੀ। ਜਿਹੜਾ ਮਾਰਕੀਟ ਦਾ ਤੇ ਕਿਸਾਨ ਦੀ ਫਸਲ ਦੇ ਵਿੱਚੋਂ ਵਿਕਣ ਦੇ ਵਿੱਚ ਬਹੁਤ ਵੱਡਾ ਮਾਰਜਨ ਹੈ, ਉਹ ਮਾਰਜਨ ਵੀ ਕਿਸੇ ਤਰੀਕੇ ਦੇ ਨਾਲ ਖਤਮ ਕਰਨਾ ਚਾਹੀਦਾ ਹੈ। ਹਾਲਾਂਕਿ ਉਹਦੇ ਬਾਰੇ ਵੀ ਕਈ ਚੀਜ਼ਾਂ ਹੈਗੀਆਂ ਮੇਰੇ ਦਿਮਾਗ ਦੇ ਵਿੱਚ, ਸਮਾਂ ਮਿਲਿਆ ਤਾਂ ਕਦੇ ਜ਼ਰੂਰ ਗੱਲ ਕਰਾਂਗੇ।
ਲੇਕਿਨ ਇਹ ਅੱਜ ਦੀ ਡੇਟ ਦੇ ਵਿੱਚ ਸਰਕਾਰ ਨੂੰ ਤੁਹਾਡੀ ਜ਼ਿੰਮੇਵਾਰੀ ਸਮਝਦੇ ਹੋਏ ਇਹੋ ਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ ਔਰ ਇਸ ਸਿਸਟਮ ਨੂੰ ਸਰਕਾਰ ਨੂੰ ਅੱਗੇ ਵੱਧ ਕੇ ਕਿਸਾਨ ਦੀ ਜੇਬ ਦੇ ਵਿੱਚ ਟਾਈਮ ਸਿਰ ਪੈਸਾ ਪਵੇ ਔਰ ਹਰ ਪਿੰਡ ਦੇ ਵਿੱਚ ਕਿਹੜੀ ਫਸਲ ਹੋ ਸਕਦੀ ਹੈ, ਕਿਹੜੀ ਫਸਲ ਨੂੰ ਬੜਾਵਾ ਦਿੱਤਾ ਜਾ ਸਕਦਾ ਹੈ, ਉਸ ਚੀਜ਼ ਨੂੰ ਅੱਗੇ ਲਾ ਕੇ ਸਿਰਫ ਇੱਕੋ ਗਰੰਟੀ ਚਾਹੀਦੀ ਹੈ ਕਿਸਾਨ ਨੂੰ ਹੋਰ ਕੁਝ ਨਹੀਂ ਚਾਹੀਦਾ, ਮੇਰੀ ਫਸਲ ਪੱਕੇ, ਮੇਰੀ ਫਸਲ ਵਿਕੇ, ਮੇਰੀ ਫਸਲ ਦੀ ਪੇਮੈਂਟ ਮੈਨੂੰ ਮਿਲ ਜੇ। ਬਿਲਕੁਲ। ਜੰਗਵੀਰ ਜੀ, ਤੁਸੀਂ ਕਿਸਾਨੀ ਨਾਲ ਜੁੜੇ ਹੋ ਤੇ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਹੀ ਹੋ, ਤੇ ਜਿਹੜੀ ਗੱਲ ਕਿਤੇ ਨਾ ਕਿਤੇ ਅੱਜ ਇੱਕ ਬਿਆਨ ਦੇ ਨਾਲ ਉੱਠੀ ਹੈ ਉਹ ਗੱਲ ਵੀ ਗੰਭੀਰ ਆ ਪੰਜਾਬ ਦੇ ਲਈ। ਪੰਜਾਬ ਦੇ ਕਿਸਾਨ ਧਰਨੇ ਲਾਉਂਦੇ ਆ, ਪ੍ਰਦਰਸ਼ਨ ਕਰਦੇ ਆ, ਪੰਜਾਬ ਦੇ ਲੋਕ ਵੀ ਇਹ ਸਮਝਦੇ ਆ ਕਿ ਪੰਜਾਬ ਕਿਸਾਨੀ ਦੇ ਨਾਲ ਹੀ ਹੈ, ਜੇ ਕਿਸਾਨੀ ਹੈ ਤਾਂ ਪੰਜਾਬ ਹੈ। ਪਰ ਕਿਸਾਨੀ ਦੀਆਂ ਗੰਭੀਰ ਸਮੱਸਿਆਵਾਂ ਜਿਵੇਂ ਪਾਣੀ ਦੀ ਲੈਵਲ ਦੀ ਅਸੀਂ ਗੱਲ ਕਰਦੇ ਹਾਂ, ਪਾਣੀ ਡੂੰਘਾ ਜਾਂਦਾ ਜਾ ਰਿਹਾ। ਤੁਸੀਂ ਵੀ ਇੱਕ ਗੱਲ ਕਹੀ ਕਿ ਨਹਿਰਾਂ ਦੇ ਵਿੱਚ ਪਲਾਸਟਿਕ ਨਾ ਵਿਛਾਇਆ ਜਾਵੇ ਜਾਂ ਪੱਕੀਆਂ ਨਾ ਕੀਤੀਆਂ ਜਾਣ, ਜਾਂ ਦੂਜੀ ਗੱਲ ਜਿਹੜੀ ਇੰਪੋਰਟੈਂਟ ਛਾਬੜਾ ਸਾਹਿਬ ਨੇ ਕਹੀ, ਇਹਨਾਂ ਨੇ ਕਿਹਾ ਕਿ ਜੀ ਜਿਹੜੇ ਛੱਪੜ ਹੈ ਪਿੰਡਾਂ ਦੇ ਵਿੱਚ, ਤਾਲਾਬ ਨੇ, ਉਹਨਾਂ ਤਾਲਾਬਾਂ ਨੂੰ ਇੱਕ ਜ਼ਰੀਆ ਬਣਾਇਆ ਜਾ ਸਕਦਾ ਹੈ, ਤੇ ਉਹ ਤਾਂ ਆਪਣੇ ਹੱਥ ਦੇ ਵਿੱਚ ਹੈ ਕਿ ਅਸੀਂ ਪੰਜਾਬ ਨੂੰ ਬਚਾ ਲਈਏ। ਤੇ ਪੰਜਾਬ ਸਰਕਾਰ ਨਾਲ ਕੋਈ ਇਹੋ ਜਿਹੀ ਗੱਲ ਚੱਲ ਰਹੀ ਹੈ ਪਾਣੀ ਦੇ ਲੈਵਲ ਤੇ ਜੇ ਗੱਲ ਕਰੀਏ, ਕੋਈ ਜਿੰਨੇ ਵੀ ਹੁਣ ਤੱਕ ਮੀਟਿੰਗਸ ਹੋਈਆਂ ਕਿਸਾਨਾਂ ਦੀਆਂ, ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨਾਲ ਵੀ ਹੋਈਆਂ, ਕੀ ਲੱਗਦਾ ਪੰਜਾਬ ਦੇ ਪਾਣੀ ਲਈ ਕੌਣ ਜ਼ਿੰਮੇਵਾਰ ਹੈ? ਜੰਗਵੀਰ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹਾਂਜੀ ਹੈਲੋ ਜੀ ਜੀ, ਹੁਣ ਆ ਰਹੀ ਹੈ। ਆ ਰਹੀ ਆਵਾਜ਼? ਜੀ ਜੀ। ਅਮਨਦੀਪ ਜੀ, ਜੇ ਕਿਸਾਨ ਨੂੰ ਦੋਸ਼ੀ ਠਹਿਰਾਵੇ ਸਰਕਾਰ, ਜੇ ਆਮ ਲੋਕ ਠਹਿਰਾਉਣ, ਤੇ ਉਹ ਗੱਲ ਸਹੀ ਨਹੀਂ ਹੈਗੀ ਜੀ। ਆ ਰਹੀ ਆਵਾਜ਼? ਜੀ ਬਿਲਕੁਲ ਆ ਰਹੀ ਹੈ, ਬਿਲਕੁਲ ਆ ਰਹੀ ਹੈ ਸਰ ਜੀ। ਹਾਂਜੀ, ਸੋ ਗੱਲ ਕਹਿਣ ਦੀ ਹੈ ਕਿ ਝੋਨਾ ਬੀਜਣਾ ਬੰਦ ਕਰ ਦਈਏ, ਕਣਕ ਬੀਜਣੀ ਬੰਦ ਕਰ ਦਈਏ, ਮੱਕੀ ਬੀਜਣੀ ਬੰਦ ਕਰ ਦਈਏ, ਫਿਰ ਪਾਣੀ ਦਾ ਲੈਵਲ ਜੇ ਉੱਪਰ ਆ ਜਾਊਗਾ, ਨਹੀਂ ਆਉਣਾ ਜੀ। ਅਸਲ ਕਾਰਨ ਕੀ ਆ ਕਿ ਸਾਡੇ ਜਿਹੜੇ ਉੱਪਰ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਦਾ ਜੀ, ਹੁਸ਼ਿਆਰਪੁਰ ਦੀ, ਸਾਡੇ ਉੱਪਰ ਡੈਮ ਸੀ, 3-4 ਡੈਮ ਆ, ਔਰ ਪਹਿਲਾਂ ਉਹ ਡੈਮ ਖੁੱਲੇ ਹੋਏ ਸੀ। ਜਦੋਂ ਹਿਮਾਚਲ ਦੇ ਵਿੱਚ ਮੀਂਹ ਪੈਂਦਾ ਸੀ ਤੇ ਪਾਣੀ ਉਹ ਜਿਹੜਾ ਸਾਡੇ ਇੱਧਰ ਪਿੰਡਾਂ ਵਿੱਚ ਦੀ ਲੰਘ ਜਾਂਦਾ ਹੁੰਦਾ ਸੀ, ਚੋਆਂ ਵਿੱਚ ਦੀ ਆ ਜਾਂਦਾ ਹੁੰਦਾ ਸੀਗਾ। ਸੋ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਜਦੋਂ ਇੱਕ ਵਾਰੀ ਪਾਣੀ ਫਿਰ ਗਿਆ ਤੇ ਪਾਣੀ ਦਾ ਲੈਵਲ ਘੱਟੋ ਘੱਟ 10 ਫੁੱਟ ਉੱਚਾ ਆ ਜਾਂਦਾ ਹੁੰਦਾ ਸੀ, ਜਾਂ 15 ਫੁੱਟ ਉੱਚਾ ਆ ਜਾਂਦਾ ਹੁੰਦਾ ਸੀਗਾ, ਤੇ ਕਿਤੇ ਨਾ ਕਿਤੇ ਵਾਟਰ ਲੈਵਲ ਬਣਿਆ ਰਹਿੰਦਾ ਹੁੰਦਾ ਸੀਗਾ। ਹੁਣ ਜਿਹੜੇ ਆ ਸਰਕਾਰ ਨੇ ਉੱਥੇ ਬੰਨ ਲਾ ਕੇ ਉਹ ਪਾਣੀ ਦਾ ਰਸਤਾ ਬਦਲ ਦਿੱਤਾ, ਉਹਨੂੰ ਦਰਿਆਵਾਂ ਵੱਲ ਨੂੰ ਕਰ ਦਿੱਤਾ। ਉਹ ਅਸਲ ਇੱਕ ਕਾਰਨ ਉਹ ਆ। ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਛਾਬੜਾ ਸਾਹਿਬ ਕਹਿੰਦੇ ਨੇ, ਬੜੇ ਬੁੱਧੀਜੀਵੀ ਨੇ, ਸਤਿਕਾਰਯੋਗ ਨੇ, ਔਰ ਉਹ ਗੱਲ ਕਹਿੰਦੇ ਨੇ ਕਿ ਨਹਿਰਾਂ ਦੇ ਥੱਲੇ ਲਿਫਾਫਾ ਪਾਉਣ ਨਾਲ ਫਰਕ ਨਹੀਂ ਪੈਣਾ। ਇਹ ਗੱਲ ਸਹੀ ਨਹੀਂ। ਉਹਨਾਂ ਨੇ ਕਿਹਾ ਕਿ ਬਹੁਤਾ ਫਰਕ ਨਹੀਂ ਪੈਣਾ। ਹਾਂਜੀ ਜੀ, ਉਹ ਕਹਿੰਦੇ ਬਹੁਤਾ ਫਰਕ ਨਹੀਂ ਪੈਣਾ, ਪਰ ਸਾਡੇ ਕੋਲ ਇੱਕ ਉਦਾਹਰਨ ਆ ਜੀ। ਸਾਡੇ ਇਲਾਕੇ ਦੇ ਵਿੱਚ ਇੱਕ ਕੰਢੀ ਕਨਾਲ ਨਹਿਰ ਚੱਲਦੀ ਸੀ, ਉਹ ਥੱਲੇ ਲਿਫਾਫਾ ਨਹੀਂ ਸੀ ਪਾਇਆ ਹੋਇਆ, ਤੇ ਉਸ ਇਲਾਕੇ ਦੇ ਆਲੇ ਦੁਆਲੇ 10-10 ਕਿਲੋਮੀਟਰ ਤੱਕ 60 ਫੁੱਟ ਤੱਕ ਸੇਮ ਸੀ, ਮਤਲਬ ਪਾਣੀ ਦਾ ਲੈਵਲ 60 ਫੁੱਟ ਤੇ ਸੀ। ਉਹ 2 ਸਾਲ ਤੋਂ ਨਹਿਰ ਚੱਲੀ ਨਹੀਂ, ਤੇ ਹੁਣ ਪਾਣੀ ਦਾ ਲੈਵਲ ਘੱਟੋ ਘੱਟ 150 ਫੁੱਟ ਤੇ ਚਲ ਗਿਆ। ਇਹ ਫਰਕ ਤਾਂ ਪੈਂਦਾ ਆ ਦਰਿਆਵਾਂ ਦੇ ਵਿੱਚ, ਨਹਿਰਾਂ ਦੇ ਵਿੱਚ, ਜਦੋਂ ਪਾਣੀ ਸੂਇਆਂ ਦੇ ਵਿੱਚ ਚੱਲਦਾ ਆ, ਫਰਕ ਤੇ ਪੈਂਦਾ। ਜਿਹੜੇ ਛੱਪੜਾਂ ਦੀ ਗੱਲ ਕਰਦੇ, ਛੱਪੜ ਤੇ ਆਲਰੇਡੀ ਸਾਡੇ ਪਿੰਡਾਂ 'ਚ ਬਣੇ ਹੋਏ ਨੇ ਜੀ, ਛੱਪੜ ਤੇ ਭਰੇ ਹੋਏ ਨੇ, ਛੱਪੜਾਂ ਨਾਲ ਫਰਕ ਨਹੀਂ, ਛੱਪੜਾਂ ਨਾਲ ਵੀ ਫਰਕ ਪੈ ਜਾਊਗਾ। ਪਰ ਅਸਲ ਕਹਾਣੀ ਕੀ ਹੈ ਕਿ ਸਰਕਾਰ ਦੇ ਮਨ ਦੇ ਅੰਦਰ ਮਨਸ਼ਾ ਵੀ ਇਹੀ ਆ, ਸਰਕਾਰ ਦੀ ਮਨਸ਼ਾ ਵੀ ਇਹੀ ਆ, ਉਹਦੇ ਮਨ ਦੇ ਅੰਦਰ ਖਿਆਲ ਵੀ ਇਹੀ ਆ ਕਿ ਫਸਲਾਂ ਬੰਦ ਕਰਵਾ ਦਿਓ ਬੀਜਣੀਆਂ। ਅਸਲ ਹੱਲ ਕੀ ਹੈ ਇਹਦਾ? ਹੱਲ ਇਹ ਆ ਕਿ ਜਿਹੜਾ ਪੰਜਾਬ ਦਾ ਪਾਣੀ ਆ, ਜਿਹੜਾ ਸਾਡੇ ਕੋਲ ਪੰਜਾਬ ਕੋਲ ਪਾਣੀ ਆ, ਜਿਹੜਾ ਬਾਹਰਲੀਆਂ ਸਟੇਟਾਂ ਨੂੰ ਜਾ ਰਿਹਾ, ਪਾਕਿਸਤਾਨ ਨੂੰ ਜਾ ਰਿਹਾ, ਉਹ ਪਾਣੀ ਯਾਰ ਸਾਨੂੰ ਚੈਨਲਾਈਜ਼ ਕਰਕੇ ਸਾਡੇ ਖੇਤਾਂ ਤੱਕ ਪਹੁੰਚਾ ਦਿਓ। ਆ ਨਹਿਰਾਂ ਤੇ ਫਿਲਟਰ ਲਾ ਕੇ ਘਰਾਂ ਤੱਕ ਪਹੁੰਚਾ ਦਿਓ। ਜਿਹੜਾ ਵਾਧੂ ਪਾਣੀ ਆ ਤੁਸੀਂ ਬਾਹਰ ਨੂੰ ਦੇ ਦਿਓ ਜੀ, ਤੇ ਫਸਲਾਂ ਵੀ ਹੋ ਜਾਣਗੀਆਂ, ਤੇ ਫਸਲਾਂ ਨੂੰ ਜਿਹੜੀਆਂ ਜ਼ਹਿਰਾਂ ਪਾਉਣੇ ਉਹ ਵੀ ਘੱਟ ਹੋ ਜਾਣਗੀਆਂ, ਤੇ ਅਸੀਂ ਧਰਤੀ ਦੀ ਹਿੱਕ ਪਾੜ ਕੇ ਪਾਣੀ ਵੀ ਨਾ ਕੱਢਾਂਗੇ, ਤਾਂ ਜਿਹੜਾ ਸਾਡਾ ਪੰਜਾਬ ਵੀ ਖੁਸ਼ਹਾਲੀ ਵੱਲ ਵਧੂਗਾ। ਜੇਕਰ ਇਸ ਤਰ੍ਹਾਂ ਦੀ ਵਿਉਂਤਬੰਦੀ ਜੇ ਸਰਕਾਰ ਅਪਣਾਵੇਗੀ ਕਿ ਫਸਲਾਂ ਬੀਜਣੀਆਂ ਬੰਦ ਕਰਕੇ ਅਸੀਂ ਪਾਣੀ ਦਾ ਲੈਵਲ ਉੱਪਰ ਕਰ ਲਾਂਗੇ, ਬਿਲਕੁਲ ਨਹੀਂ ਹੋਣਾ। ਅਸੀਂ ਤਾਂ ਸਰਕਾਰ ਨੂੰ ਇਹ ਵੀ ਤੁਹਾਡੇ ਚੈਨਲ ਜਰੀਏ ਕਹਿੰਦੇ ਆ ਕਿ ਜੇਕਰ ਬੈਠ ਕੇ ਕੋਈ ਚਰਚਾ ਕਰਨੀ ਆ ਤੇ ਸਾਡੇ ਨਾਲ ਬੈਠ ਕੇ ਚਰਚਾ ਕਰ ਲਵੇ। ਅਸੀਂ ਇਹਦਾ ਬਦਲ ਵੀ ਇਹਨਾਂ ਨੂੰ ਦੱਸ ਦਾਂਗੇ, ਪੂਰੀ ਇਹਦੇ ਵਿੱਚੋਂ ਇਹਨੂੰ ਰਾਹ ਵੀ ਦੱਸ ਦਾਂਗੇ ਕਿ ਕਿਹੜੇ ਰਸਤੇ ਦੇ ਨਾਲ, ਕਿਹੜੇ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕਦਾ ਆ। ਪੰਜਾਬ ਦਾ ਪਾਣੀ
ਉੱਪਰ ਲਿਆਂਦਾ ਜਾ ਸਕਦਾ ਆ। ਦੂਜੀ ਗੱਲ ਹੈ ਫਸਲੀ ਵਿਭਿੰਨਤਾ ਦੀ। ਦੇਖੋ ਬਦਲ ਸਾਡੇ ਕੋਲ ਗੰਨੇ ਦਾ ਬਦਲਿਆ, ਸਾਡੇ ਕੋਲ ਅਸੀਂ ਬਾਸਮਤੀ ਲਾ ਲਈਏ, ਪਾਣੀ ਬੜਾ ਘੱਟ ਸਾਨੂੰ ਜਿਹੜਾ ਮਿਲਦਾ। ਆ ਗੰਨੇ ਦੀ ਗੱਲ ਕਰਦੇ ਆ, ਗੰਨੇ ਦੀਆਂ ਪੇਮੈਂਟਾਂ ਨਹੀਂ ਸਾਲ ਮਿਲਦੀਆਂ, ਕਿਸਾਨ ਵਿਚਾਰੇ ਧਰਨਾ ਲਾਉਂਦੇ ਆ, ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵਿਹਲੜ ਨੇ, ਇਹ ਪੈਸੇ ਇਕੱਠੇ ਕਰਦੇ ਨੇ। ਮਤਲਬ ਹਰੇਕ ਅਟੈਕ ਜਿਹੜਾ ਸਰਕਾਰ ਉਹ ਕਿਸਾਨ ਤੇ ਕਰ ਰਹੀ ਹੈ। ਪਰ ਦਰਅਸਲ ਜੇ ਕਾਨੂੰਨ ਦੇ ਦਾਇਰੇ ਦੇ ਵਿੱਚ ਗੱਲ ਕਰੀਏ ਕਿ 14 ਦਿਨਾਂ ਦੇ ਵਿੱਚ ਸ਼ੂਗਰਫੈਡ ਦਾ ਲਾ ਆ ਜੀ ਕਿ ਪੇਮੈਂਟ ਕਿਸਾਨਾਂ ਦੇ ਖਾਤਿਆਂ 'ਚ ਪਾ ਦਿਓ। ਪਰ ਹੁਣ ਦੇਖਦੇ ਆ, ਨਵੀਂ ਬਣੀ ਸਰਕਾਰ ਆ ਪਹਿਲਾ ਸੀਜ਼ਨ ਆ, ਤੇ ਹੁਣ ਕਿੰਨਾ ਕਿ ਜਿਹੜਾ ਕਾਨੂੰਨ ਲਾਗੂ ਕਰਦੀ ਹੈ 14 ਦਿਨਾਂ 'ਚ ਪੇਮੈਂਟ ਪਾਉਂਦੀ ਕਿ ਨਹੀਂ ਪਾਉਂਦੀ। ਜੇ ਤਾਂ ਪਾ ਦੇਣ ਤਾਂ ਚੰਗੀ ਗੱਲ ਆ, ਨਹੀਂ ਤਾਂ ਕਿਸਾਨ ਫਿਰ ਧਰਨੇ ਲਾਉਗੇ। ਸੋ ਬਦਲ ਦੀ ਗੱਲ ਕਰਦੇ ਆ। ਹੁਣ ਦੇਖੋ ਰਾਜਸਥਾਨ ਦੇ ਵਿੱਚ ਖਸਖਸ ਦੀ ਖੇਤੀ ਹੁੰਦੀ ਹੈ ਜੀ, ਤੇ ਪੰਜਾਬ 'ਚ ਕਿਉਂ ਨਹੀਂ ਹੋ ਸਕਦੀ? ਫਿਰ ਇਹ ਵੀ ਇੱਕ ਬਦਲ ਆ। ਹੋਰ ਫਸਲਾਂ ਜਿਸ ਤਰ੍ਹਾਂ ਨਰਮਾ ਹੋ ਗਿਆ, ਗੰਨਾ ਹੋ ਗਿਆ, ਮੱਕੀ ਹੋ ਗਈ, ਆਲੂ ਹੋ ਗਿਆ, ਬਾਸਮਤੀ ਹੋ ਗਈ, ਸਰੋਂ ਹੋ ਗਈ, ਸੂਰਜਮੁਖੀ ਹੋ ਗਈ, ਸਾਡੇ ਕੋਲ ਤਾਂ ਫਸਲਾਂ ਹੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਆ। ਪਰ ਸਾਨੂੰ MSP ਦੇ ਦਿਓ, ਅਸੀਂ ਝੋਨੇ ਦਾ ਖਹਿੜਾ ਹੀ ਛੱਡ ਦਿੰਦੇ ਆ। ਇਹ ਵੀ ਇਹਨਾਂ ਦੇ ਦਿਮਾਗ ਦਾ ਵਹਿਮ ਨਿਕਲ ਜਾਊਗਾ ਕਿ ਖਰੇ ਝੋਨੇ ਨਾਲ ਹੀ ਪਾਣੀ ਥੱਲੇ ਜਾਂਦਾ। ਆ ਤੁਸੀਂ ਘਰਾਂ ਦੇ ਵਿੱਚ ਪਿੰਡਾਂ 'ਚ ਜਾ ਕੇ ਦੇਖ ਲਓ ਜੀ। ਆ ਹੁਣ ਇਹਨਾਂ ਨੇ ਬਿਜਲੀ ਮੁਫਤ ਕਰਕੇ ਵੱਡਾ ਪਾਣੀ ਦਾ ਨੁਕਸਾਨ ਕੀਤਾ ਆ। ਹੁਣ ਘਰਾਂ ਦੇ ਵਿੱਚ ਪ੍ਰਵਾਹ ਨਹੀਂ ਕਰਦੀਆਂ, ਜਿਹੜੀਆਂ ਸਿਆਣੀਆਂ ਸਾਡੀਆਂ ਔਰਤਾਂ ਬੈਠੀਆਂ, ਉਹ ਮੋਟਰ ਚੱਲਦੀ ਆ ਤਾਂ ਚੱਲੀ ਜਾਣ ਦਿੰਦੇ ਆ, ਨਹਾਉਂਦੇ ਆ ਤਾਂ ਮੋਟਰ ਛੱਡ ਕੇ ਨਹਾਉਂਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਕਿ ਬਿੱਲ ਆਉਣਾ ਕਿ ਨਹੀਂ ਆਉਣਾ। ਸਾਰੇ ਸ਼ਹਿਰਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਆ 15-15 20 ਇੰਚ ਦੇ ਬੋਰ ਹੋਏ ਆ ਜੀ ਫੈਕਟਰੀਆਂ ਦੇ ਵਿੱਚ, ਤੇ ਉਹ ਵੀ ਅੰਨੇ ਬਾਹਰ ਪਾਣੀ ਜਾ ਰਿਹਾ। ਦੋਸ਼ੀ ਬਸ ਕਿਸਾਨ ਨੂੰ ਠਹਿਰਾਉਣਾ ਇਹਨਾਂ ਨੇ, ਗੱਲ ਹੋਰ ਕੁਝ ਨਹੀਂ ਹੈਗੀ। ਇਹ ਕਿਸਾਨੀ ਧੰਦਾ ਇਹਨਾਂ ਨੂੰ ਹੁਣ, ਮਤਲਬ ਇਹਨਾਂ ਨੂੰ ਹੁਣ ਫਸਲਾਂ ਦੀ ਲੋੜ ਹੈ ਨਹੀਂ। ਜਦੋਂ ਲੋੜ ਸੀ ਉਦੋਂ ਤਾਂ ਇਹ ਪੰਜਾਬ ਨੇ ਢਿੱਡ ਭਰਿਆ ਪੂਰੇ ਸਾਰੇ ਭਾਰਤ ਦਾ। ਅੱਜ ਇਹ ਦੱਸਦੇ ਆ ਕਿ ਜ਼ਹਿਰ ਉਗਾ ਰਹੇ ਆ, ਇਹਨਾਂ ਦੇ ਅਨਾਜ ਦੇ ਵਿੱਚ ਵੀ ਜ਼ਹਿਰ ਆ। ਸੋ ਕਹਿਣ ਤੋਂ ਭਾਵ ਕਿਤੇ ਨਾ ਕਿਤੇ ਪੰਜਾਬ ਦੇ ਜਿਹੜਾ ਰੁਜ਼ਗਾਰ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਮੋਦ ਜੀ ਤੁਸੀਂ ਕੁਝ ਕਹਿ ਰਹੇ ਸੀ ਜਦੋਂ ਤਾਲਾਬ ਦੀ ਗੱਲ ਹੋਈ। ਮੈਂ ਇਹ ਕਹਿ ਰਿਹਾ ਸੀ, ਜਿਹੜੇ ਛੱਪੜਾਂ ਤੇ ਤਲਾਬਾਂ ਦੀ ਗੱਲ ਜਗਵੀਰ ਕਰ ਰਹੇ ਹੈ, ਮੈਂ ਇਹ ਨਹੀਂ ਕਹਿ ਰਿਹਾ ਕਿ ਨਹੀਂ ਬਣੇ ਹੋਏ, ਲੇਕਿਨ ਇੱਕ ਜਿਹੜਾ ਡਕਟਿੰਗ ਸਿਸਟਮ ਦੀ ਮੈਂ ਨਾਲ ਗੱਲ ਕੀਤੀ ਸੀ, ਉਹ ਜਿਹੜੀ ਇੱਕ ਟੈਕਨੋਲੋਜੀ ਹੈ, ਉਹ ਟੈਕਨੋਲੋਜੀ ਕੀ ਹੈ, ਛੱਪੜ ਦੇ ਵਿੱਚ ਵਿਚਾਲੇ ਇੱਕ ਤਰ੍ਹਾਂ ਦਾ ਇੱਕ ਖੂਹ ਤਿਆਰ ਕੀਤਾ ਜਾਂਦਾ ਹੈ, ਔਰ ਉਹਦੀਆਂ ਸਾਈਡਾਂ ਦੇ ਵਿੱਚੋਂ ਪਾਣੀ ਦਾ ਰਿਸਾਵ ਕਰਕੇ ਜਿਹੜਾ ਪਾਣੀ ਐਕਸਟਰਾ ਹੁੰਦਾ ਇੱਕ ਲੈਵਲ ਤੱਕ ਰੱਖ ਕੇ, ਜੇ ਮੰਨ ਲਓ ਵੀ ਛੱਪੜ ਆਪਣਾ 8-9 ਫੁੱਟ ਡੂੰਘਾ ਹੈ ਤੇ ਉਹਨੂੰ 6 ਫੁੱਟ ਤੋਂ ਉੱਪਰ ਤੱਕ ਦਾ ਜਿਹੜਾ ਪਾਣੀ ਹੁੰਦਾ ਹੈ ਉਹ ਡਕਟ ਕਰਕੇ ਉਹਦੇ ਵਿੱਚ ਇੰਜੈਕਟ ਹੁੰਦਾ ਹੈ। ਔਰ ਇਹ ਇੱਕ ਸਾਇੰਟੀਫਿਕ ਤਰੀਕਾ ਹੈ, ਔਰ ਉਹਦੇ ਨਾਲ ਜਿੱਥੇ ਜਿਹੜੇ ਪਿੰਡ ਦੇ ਵਿੱਚ ਇਹ ਚੀਜ਼ ਹੋਏਗੀ, ਇਹ ਕਿਸੇ ਜ਼ਮਾਨੇ 'ਚ ਹੋਇਆ ਕਰਦੀ ਸੀ, ਤੁਸੀਂ ਦੇਖਿਆ ਹੋਏਗਾ, ਔਰ ਉਹ ਛੱਪੜਾਂ ਦੇ ਨੇੜੇ ਖੂਹੀਆਂ ਹੋਇਆ ਕਰਦੀਆਂ ਸੀ, ਔਰ ਅੱਜ ਕੱਲ ਤਾਂ ਖੂਹੀਆਂ ਸਾਨੂੰ ਮੋਟਰਾਂ ਲਾਉਣ ਵਾਸਤੇ ਪੱਟਣੀਆਂ ਪੈਂਦੀਆਂ। ਸੋ ਇਹ ਜਿਹੜਾ ਸਿਸਟਮ ਅਗਰ ਛੱਪੜਾਂ ਦੇ ਵਿੱਚ, ਇਹ ਸਰਕਾਰ ਦਾ ਕੰਮ ਹੈ, ਕਿਸਾਨ ਦਾ ਕੰਮ ਨਹੀਂ ਹੈ। ਇਹ ਸਰਕਾਰ ਦਾ ਇੱਕ ਬਜਟ ਪਾਸ ਕਰਕੇ ਇਸ ਚੀਜ਼ ਨੂੰ ਬਣਾਉਣਾ ਪਏਗਾ, ਔਰ ਜਿਹੜਾ ਪਾਣੀ ਐਕਸਟਰਾ ਸਾਡਾ ਵੇਸਟ ਜਾਂਦਾ ਹੈ ਉਹ ਕਰਨਾ ਪਏਗਾ, ਔਰ ਉਹਦੇ ਤਰੀਕੇ ਦੇ ਨਾਲ ਅਗਰ ਪਾਣੀ ਜ਼ਮੀਨ ਦੇ ਵਿੱਚ ਇੰਜੈਕਟ ਹੋਏਗਾ ਤੇ ਵਾਟਰ ਲੈਵਲ ਜਿਹੜਾ ਹੈ ਸਾਡਾ ਕਿਸੇ ਤਰੀਕੇ ਦੇ ਨਾਲ ਉਹ ਉੱਪਰ ਆ ਪਾਏਗਾ। ਬਰਸਾਤਾਂ ਦਾ ਪਾਣੀ ਜਿਹੜਾ ਇੱਧਰ ਉੱਧਰ ਪੈਂਦਾ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਕਰਾਉਂਦਾ ਹੈ, ਜਿਹੜੀਆਂ ਬਾੜਾਂ ਆਉਂਦੀਆਂ ਨੇ, ਜਿਹੜੇ ਹੜ੍ਹ ਆਉਂਦੇ ਆ, ਜਿਹੜੇ ਉਸ ਚੀਜ਼ ਦੇ ਨੁਕਸਾਨ ਹੁੰਦੇ ਆ, ਉਸ ਤੋਂ ਬਚਿਆ ਜਾ ਸਕਦਾ ਹੈਗਾ। ਇੱਕ ਮੈਂ 2 ਬੰਦਿਆਂ ਦੀ ਗੱਲ ਹੋਰ ਕਰਨੀ ਚਾਹਾਂਗਾ। ਕ੍ਰਿਸ਼ੀ ਮੰਤਰੀ ਬਲਰਾਮ ਜਾਖੜ ਹੋਇਆ ਕਰਦੇ ਸੀ ਜੀ, ਸਾਡੇ ਇਲਾਕੇ ਤੋਂ ਬਿਲੋਂਗ ਕਰਦੇ ਆ, ਮੈਂ ਉਹਨਾਂ ਦੀ ਬੜੀ ਇੱਜ਼ਤ। ਉਹਨਾਂ ਨੇ ਇੱਕ ਸਿਸਟਮ ਬਣਾਇਆ ਸੀ, ਉਹਨਾਂ ਨੇ ਕਿਹਾ ਸੀ ਵੀ ਸਾਰੀਆਂ ਨਹਿਰਾਂ ਨੂੰ ਆਪਸ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਜੋੜਿਆ ਜਾਵੇ। ਉਹਨਾਂ ਨੇ ਇੱਕ ਸਿਸਟਮ ਸ਼ੁਰੂ ਕੀਤਾ ਸੀ, ਲੇਕਿਨ ਉਸ ਵਕਤ ਦੀਆਂ ਸਰਕਾਰਾਂ ਨੇ ਉਹਨਾਂ ਦੀ ਗੱਲ ਤੇ ਗੌਰ ਨਹੀਂ ਕੀਤਾ। ਉਸ ਤੋਂ ਬਾਅਦ ਉਹ ਸਰਕਾਰ ਚਲੀ ਗਈ, ਬਾਅਦ ਵਿੱਚ ਦੁਬਾਰਾ ਆਈ ਤਾਂ ਲੋਕ ਸਭਾ ਦੇ ਸਪੀਕਰ ਬਣਾ ਦਿੱਤੇ ਗਏ। ਔਰ ਇਹ ਸੀ, ਔਰ ਇਹੀ ਚੀਜ਼ ਜਿਹੜੀ ਸੀ ਮਾਨਯੋਗ ਅਟਲ ਬਿਹਾਰੀ ਵਾਜਪਾਈ ਜੀ ਸਾਡੇ ਪ੍ਰਧਾਨ ਮੰਤਰੀ ਹੋਏ, ਉਹਨਾਂ ਨੇ ਬਣਦਿਆਂ ਹੀ, ਸਰਕਾਰ ਬਣਦੇ ਹੀ ਆਦੀ ਇਸ ਗੱਲ ਦੇ ਉੱਪਰ ਬੜਾ ਜ਼ੋਰ ਦਿੱਤਾ ਸੀ ਕਿ ਸਾਰੀਆਂ ਨਹਿਰਾਂ ਨੂੰ ਆਪਸ ਦੇ ਵਿੱਚ ਜੋੜ ਕੇ ਔਰ ਇਹਦੀ ਡਿਸਟ੍ਰੀਬਿਊਸ਼ਨ ਕੀਤੀ ਜਾਵੇ। ਉਹਦੀ ਡਿਸਟ੍ਰੀਬਿਊਸ਼ਨ ਨਾਲ ਕੀ ਹੋਏਗਾ, ਕਿਤੇ ਤਾਂ ਦਰਿਆ ਜਿਹੜੇ ਹੜ੍ਹ ਕਰਕੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਬਰਬਾਦ ਕਰ ਦਿੰਦੇ, ਅਗਰ ਉਹ ਜੁੜੀਆਂ ਹੋਣਗੀਆਂ ਤੇ ਉਹ ਪਾਣੀ ਉਸ ਇਲਾਕੇ ਦੇ ਵਿੱਚ ਹੋਏਗਾ, ਡਿਸਟ੍ਰੀਬਿਊਟ ਹੋ ਜਾਏਗਾ ਜਿਸ ਇਲਾਕੇ ਦੇ ਵਿੱਚ ਪਾਣੀ ਦੀ ਘਾਟ ਹੈ। ਜਿਸ ਇਲਾਕੇ ਦੇ ਵਿੱਚ ਪਾਣੀ ਦਾ ਵਾਧਾ, ਉਸ ਇਲਾਕੇ 'ਚ ਪਾਣੀ ਉਧਰ ਜਿਹੜਾ ਡਿਸਟ੍ਰੀਬਿਊਟ ਕਰ ਦਿੱਤਾ ਜਾਏਗਾ। ਸਰੋਤ ਤਾਂ ਪਾਣੀ ਦਾ ਪਹਾੜਾਂ ਤੋਂ ਹੀ ਆਣਾ ਹੈ, ਜਾਣਾ ਸਮੁੰਦਰ ਦੇ ਵਿੱਚ ਹੈ, ਲੇਕਿਨ ਉਹ ਸਮੁੰਦਰ ਤੇ ਪਹਾੜ ਦਾ ਵਿਚਕਾਰਲਾ ਜਿਹੜਾ ਏਰੀਆ, ਅਗਰ ਇਹਨਾਂ ਸਾਰੀਆਂ ਨਦੀਆਂ ਨੂੰ, ਦਰਿਆਵਾਂ ਨੂੰ, ਡੈਮਾਂ ਨੂੰ ਆਪਸ ਵਿੱਚ ਕਨੈਕਟ ਕਰ ਦਿੱਤਾ ਜਾਏਗਾ, ਬੜਾ ਵੱਡਾ ਪ੍ਰੋਜੈਕਟ ਹੈ, ਕੋਈ ਛੋਟਾ ਪ੍ਰੋਜੈਕਟ ਨਹੀਂ ਹੈ। ਉਸ ਦੇ ਉੱਪਰ ਨਰਿੰਦਰ ਮੋਦੀ ਗਵਰਨਮੈਂਟ ਵੀ ਜਿਹੜੇ ਹੈ, ਨਿਤਿਨ ਗਡਕਰੀ ਹੈ, ਕੁਝ ਕੰਮ ਕਰ ਰਹੇ ਆ ਉਹਦੇ ਉੱਪਰ, ਲੇਕਿਨ ਉਹ ਕੰਮ ਜਿਹੜਾ ਹੈ ਹੋਰ ਬੜੇ ਕੰਮ ਉਹਨਾਂ ਕੋਲ, ਇਸ ਕਰਕੇ ਕੰਮ ਥੋੜਾ ਜਿਹਾ ਸ਼ੁਰੂ ਕਰ ਰਿਹਾ। ਅਗਰ ਇਸ ਕੰਮ ਨੂੰ ਕੇਂਦਰ ਸਰਕਾਰ ਕਰਦੀ ਹੈ, ਔਰ ਛੱਪੜਾਂ ਵਾਲੇ ਕੰਮ ਦੇ ਵਿੱਚ ਡਕਟਿੰਗ ਸਿਸਟਮ ਪੰਜਾਬ ਸਰਕਾਰ ਕਰਦੀ ਹੈ, ਮਨਰੇਗਾ ਇਹਨਾਂ ਕੋਲ ਹੈਗੀ ਹੈ, ਮਨਰੇਗਾ ਦੀ ਲੇਬਰ ਇਹਨਾਂ ਕੋਲ ਹੈਗੀ ਹੈ, ਸਾਰਾ ਕੁਝ ਹੈਗਾ,
ਉਸ ਦੇ ਨਾਲ ਜਿਹੜਾ ਹੈ ਵਾਟਰ ਲੈਵਲ ਦਾ ਇੱਕ ਬਹੁਤ ਮੇਨ ਮਸਲਾ ਹੈ ਜੀ ਕਿਸਾਨੀ ਵਾਸਤੇ। MSP ਬਹੁਤ ਵੱਡਾ ਮਸਲਾ ਹੈ, ਨੋ ਡਾਊਟ ਸੌਰੀ। ਔਰ ਉਹ ਜਿਹੜੀਆਂ ਚੀਜ਼ਾਂ ਅਗਰ ਇਹਨਾਂ ਚੀਜ਼ਾਂ ਦੇ ਉੱਪਰ ਗੌਰ ਹੋ ਜਾਂਦਾ ਹੈ, ਉੱਪਰਲਾ ਕੰਮ ਜਿਹੜਾ ਹੈ ਨਦੀਆਂ ਨੂੰ ਜੋੜਨ ਦਾ ਕੰਮ, ਤੇ ਨੀਚੇ ਜਿਹੜਾ ਹੈ ਡਕਟਿੰਗ ਸਿਸਟਮ ਛੱਪੜਾਂ ਦੇ ਵਿੱਚ ਬਣਾ ਕੇ ਔਰ ਉਹਦੇ ਪਾਣੀ ਦੀ ਸਟੋਰੇਜ ਦਾ ਸਿਸਟਮ ਜਿਹੜਾ ਕਰ ਦਿੱਤਾ ਜਾਂਦਾ। ਮੈਂ ਤੁਹਾਨੂੰ ਐਸੇ ਕਈ ਬੰਦਿਆਂ ਦੀ ਐਗਜ਼ਾਮਪਲ ਦੇ ਸਕਦਾ ਜਿਨ੍ਹਾਂ ਨੇ ਆਪਦੇ ਖੇਤਾਂ ਦੇ ਵਿੱਚ, ਜਿਨ੍ਹਾਂ ਕੋਲੇ 50 ਜਾਂ 60 ਏਕੜ ਤੋਂ ਜ਼ਿਆਦਾ ਜ਼ਮੀਨਾਂ ਹੈ ਕਈ ਕਿਸਾਨਾਂ ਕੋਲੇ, ਉਹਨਾਂ ਨੇ ਬਾਗਬਾਨੀਆਂ ਵੀ ਕੀਤੀਆਂ ਹੋਈਆਂ। ਉਹਨਾਂ ਨੇ, ਉਹ ਸਰਕਾਰਾਂ ਤੇ ਡਿਪੈਂਡ ਨਹੀਂ ਹੈ ਜੀ ਕਿਸਾਨ। ਮੇਰੇ ਕੋਲ ਮੈਂ ਤੁਹਾਨੂੰ ਐਗਜ਼ਾਮਪਲਾਂ ਦੇ ਸਕਦਾ ਐਸੀਆਂ। ਉਹ ਬਾਗਬਾਨੀ ਵੀ ਕਰਦੇ ਆ, ਉਹ ਮਧੂਮੱਖੀ ਪਾਲਣ ਵੀ ਕਰਦੇ ਆ, ਉਹਨਾਂ ਨੇ ਉਸੇ ਤਲਾਅ ਦੇ ਵਿੱਚ ਮੱਛੀ ਪਾਲਣ ਵੀ ਕੀਤਾ, ਉਸ ਤਲਾਅ ਦੇ ਕਿਨਾਰੇ ਹੀ ਉਹਨਾਂ ਨੇ ਪੋਲਟਰੀ ਫਾਰਮ ਵੀ ਕੀਤਾ, ਉਹਨਾਂ ਨੇ ਪਸ਼ੂ ਵੀ ਰੱਖੇ ਹੋਏ ਆ। ਹਜ਼ਾਰਾਂ ਰੁਪਏ, ਲੱਖਾਂ ਰੁਪਏ ਮਹੀਨਿਆਂ ਦੇ ਹਿਸਾਬ ਦੇ ਨਾਲ ਉਹ ਕਮਾ ਰਹੇ। ਬਾਗਬਾਨੀ ਕਰਦੇ ਆ, ਫਲਾਵਰਾਂ ਦੀ ਖੇਤੀ ਕਰਦੇ ਆ। ਇਹ ਸਾਰੀਆਂ ਗੱਲਾਂ ਕਹਿਣ ਦੀਆਂ ਨਹੀਂ ਹੈ, ਇਹ ਜ਼ਮੀਨ ਦੇ ਉੱਪਰ ਹਕੀਕਤ ਦੇ ਵਿੱਚ ਆਪਾਂ ਨੂੰ ਨਜ਼ਰ ਆਉਂਦੀ ਹੈ। ਲੇਕਿਨ ਉਹ ਸਿਸਟਮ ਤਾਂ ਹੀ ਹੈ, ਉਹ ਅਫੋਰਡ ਕਰਦੇ ਆ, ਜਿਹੜੇ ਕਿਸਾਨ ਹੈ ਉਹਨਾਂ ਕੋਲੇ ਪੈਸਾ, ਔਰ ਉਹਨਾਂ ਨੇ ਇਹ ਚੀਜ਼ਾਂ ਸਾਰੀਆਂ ਬਣਾ, ਸੋਲਰ એનર્ਜੀ ਦੇ ਨਾਲ ਮੋਟਰਾਂ ਚਲਾਉਂਦੇ ਆ, ਤਲਾਅ ਉਹਨਾਂ ਨੇ ਆਪਦੇ ਖੇਤਾਂ 'ਚ ਬਣਾ ਰੱਖਿਆ, ਪਾਣੀ ਦੀ ਉਹਨਾਂ ਨੂੰ ਕਮੀ ਨਹੀਂ ਆਉਂਦੀ। ਸੋ ਇਹੀ ਚੀਜ਼ਾਂ ਅਗਰ ਜਿਹੜੀਆਂ ਸਿਸਟਮ ਸਰਕਾਰ ਥੋੜਾ ਜਿਹਾ ਇਹਨਾਂ ਚੀਜ਼ਾਂ ਵੱਲ ਧਿਆਨ ਦੇਗੀ, ਔਰ ਇਹ ਡਕਟਿੰਗ ਸਿਸਟਮ ਬਣਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ। 200 ਪਿੰਡਾਂ ਦੀਆਂ ਟੀਮਾਂ ਬਣਾ ਕੇ ਔਰ ਉਹਦੇ ਵਿੱਚ ਇਹ ਚੀਜ਼ਾਂ ਕਰ ਦਿੱਤੀਆਂ ਜਾਣ, ਬੜਾ ਈਜ਼ੀ ਹੈ, ਬੜਾ ਔਖਾ ਨਹੀਂ ਹੈਗਾ। ਮਨਰੇਗਾ ਦੀ ਲੇਬਰ ਆਲਰੇਡੀ ਇਹਨਾਂ ਕੋਲ ਹੈਗੀ ਹੈ, ਕੁਛ ਇੱਕ ਇੰਤਜ਼ਾਮ ਸਰਕਾਰ ਨੂੰ ਕਰਨੇ ਪੈਣਗੇ ਔਰ ਉਹਦੇ ਨਾਲ ਜਿਹੜਾ ਹੈ ਇਹ ਮਸਲਾ ਹੱਲ ਹੋ ਜਾਏਗਾ। MSP ਦੀ ਜ਼ਰੂਰਤ ਤਾਂ ਹੈ ਹੀ ਹੈ, ਕਿਸਾਨ ਫਸਲਾਂ ਬਦਲਣ ਨੂੰ ਵੀ ਤਿਆਰ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ। ਸਿਰਫ ਇੱਕੋ ਚੀਜ਼ ਦੀ ਗਰੰਟੀ ਚਾਹੁੰਦਾ ਹੈ ਕਿ ਉਹਦੀ ਫਸਲ ਟਾਈਮ ਸਿਰ ਚੱਕੀ ਜਾਵੇ ਔਰ ਉਹਨੂੰ ਜਿਹੜਾ ਹੈ ਸਮੇਂ ਸਿਰ ਉਹਦੀ ਕੀਮਤ ਮਿਲ ਜਾਵੇ। ਜੀ ਸੰਜੇ ਕਪੂਰ ਜੀ, ਜਿਵੇਂ ਗੱਲਬਾਤ ਹੋਈ ਹੈ, ਜੰਗਵੀਰ ਚੌਹਾਨ ਜੀ ਨੇ ਗੱਲ ਕਹੀ ਹੈ ਫਸਲਾਂ ਦੀ ਕਿ ਝੋਨੇ ਦੇ ਸਬਸਟੀਟਿਊਟ ਨੂੰ ਆਪਾਂ ਕੀ ਮੰਨੀਏ ਕਿ ਬਾਕੀ ਫਸਲਾਂ ਜਿਹੜੀਆਂ ਹੁੰਦੀਆਂ ਹਰ ਵਾਰ ਜਦੋਂ ਪਾਣੀ ਦੀ ਗੱਲ ਆਉਂਦੀ ਹੈ ਤਾਂ ਗੱਲ ਇਹ ਆਉਂਦੀ ਹੈ ਕਿ ਝੋਨੇ ਕਰਕੇ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ ਤੇ ਹੋਰ ਫਸਲਾਂ ਲਾਈਆਂ ਜਾਣ। ਦੂਜੀ ਗੱਲ ਜਿਹੜੀ ਹੁੰਦੀ ਹੈ ਕਿ ਸਾਡੀਆਂ ਜਿਹੜੀਆਂ ਫਸਲਾਂ ਹੈ ਜੋ ਅਸੀਂ ਖਾਂਦੇ ਹਾਂ ਉਹ ਵੀ ਪੋਲਿਊਟਡ ਹੋ ਰਿਹਾ ਹੈ, ਉਹਦੇ ਵਿੱਚ ਵੀ ਅਸੀਂ ਰੇਹਾਂ ਸਪਰੇਹਾਂ ਦਾ ਪ੍ਰਯੋਗ ਕਰ ਰਹੇ ਹਾਂ। ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਲੋਕ ਜਾ ਰਹੇ ਆ ਕਿ ਅਸੀਂ ਆਰਗੈਨਿਕ ਫੂਡ ਖਾਣਾ ਹੈ, ਉਸ ਸਮੇਂ ਤੇ ਅਸੀਂ ਇਸ ਤਰ੍ਹਾਂ ਦੇ ਫੂਡ ਨੂੰ ਉਪਜਾ ਰਹੇ ਹਾਂ। ਤੇ ਕੀ ਲੱਗਦਾ ਵੀ ਇਹ ਪੰਜਾਬ ਦਾ ਭਵਿੱਖ ਹੈ ਕਿ ਪੰਜਾਬ ਦਾ ਭਵਿੱਖ ਆਰਗੈਨਿਕ ਫੂਡ ਜੇ ਉਪਜਾਊਗਾ ਪੰਜਾਬ ਦਾ ਕਿਸਾਨ, ਤੇ ਕੀ ਹੋ ਸਕਦਾ ਵੀ ਉਹਦੇ ਵਿੱਚ ਥੋੜਾ ਬਹੁਤ ਫਿਊਚਰ ਹੋਵੇ ਪੰਜਾਬ ਦੇ ਕਿਸਾਨਾਂ ਦਾ, ਤੇ ਕੇਂਦਰ ਦੀ ਸਰਕਾਰ ਵੀ ਉਹਨੂੰ ਪ੍ਰੋਤਸਾਹਨ ਦੇਵੇ ਤੇ ਰਾਜ ਦੀ ਸਰਕਾਰ ਵੀ ਦੇਖੇ ਕਿ ਸਾਡੇ ਕਿਸਾਨ ਚੰਗੀ ਫਸਲ ਉਗਾਉਣ। ਚੰਗੀ ਫਸਲ ਜੇ ਉਗਾਉਣਗੇ ਤਾਂ ਉਹੀ ਪੰਜਾਬ ਖਾਊਗਾ, ਉਹੀ ਬਾਹਰ ਅਸੀਂ ਐਕਸਪੋਰਟ ਕਰਾਂਗੇ, ਤੇ ਕਿਸੇ ਨੂੰ ਮੌਕਾ ਨਹੀਂ ਮਿਲਣਾ ਕਿ ਕੋਈ ਕਹਿ ਸਕੇ ਕਿ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚੋਂ ਜ਼ਹਿਰ ਉਗ ਰਿਹਾ। ਅਮਨ ਜੀ, ਐਸਾ ਹੈਗਾ ਹੋਇਆ ਕਿ ਜਿੱਥੋਂ ਤੱਕ ਇਹ ਗੱਲ ਇਹਨਾਂ ਨੇ ਕਹੀ ਹੈ ਕਿ ਵੀ ਝੋਨੇ ਦੀ ਫਸਲ ਦੇ ਕਾਰਨ ਵਾਟਰ ਲੈਵਲ ਬੜਾ ਡਾਊਨ ਚਲਾ ਗਿਆ, ਇਸ ਗੱਲ 'ਚ ਕੋਈ ਦੋ ਰਾਏ ਨਹੀਂ ਹੈਗੀ। ਪੰਜਾਬ 'ਚ ਵਿੱਚ ਕਿਸੇ ਟਾਈਮ ਵਾਟਰ ਲੈਵਲ 25-30 ਫੁੱਟ ਤੱਕ ਹੈਗਾ ਸੀ। ਅੱਜ ਕਈ ਏਰੀਏ ਐਸੇ, ਈਵਨ ਗੁਰਦਾਸਪੁਰ ਦੇ ਵਿੱਚ ਆ ਗਏ ਹੈ ਜਿਨ੍ਹਾਂ ਦੇ ਵਿੱਚ 800-900 ਫੁੱਟ ਤੱਕ ਥੱਲੇ ਪਾਣੀ ਚਲਾ ਗਿਆ ਹੈਗਾ ਵੈ। ਸੋ ਪੰਜਾਬ ਲਈ ਇਹ ਆਉਣ ਵਾਲੇ ਟਾਈਮ ਤੇ ਇੱਕ ਬੜੀ ਵੱਡੀ ਸਮੱਸਿਆ ਪਾਣੀ ਦੀ ਪੈਦਾ ਹੋਣ ਵਾਲੀ ਹੈ। ਈਵਨ ਕਿ ਵਰਲਡ ਇੰਟਰਨੈਸ਼ਨਲ ਏਜੰਸੀ ਦੀ ਇੱਕ ਰਿਪੋਰਟ ਇੱਥੋਂ ਤੱਕ ਕਹਿੰਦੀ ਪਈ ਸੀ ਕਿ 2028 ਤੱਕ ਅਗਰ ਅੱਜ ਦੀ ਡੇਟ 'ਚ ਆਪਾਂ ਵਾਟਰ ਲੈਵਲ ਦੀ ਪ੍ਰੋਬਲਮ ਵੱਲ ਧਿਆਨ ਨਾ ਦਿੱਤਾ ਪੰਜਾਬ ਦੇ ਵਿੱਚ, ਤੇ ਪੰਜਾਬ ਦੀ ਹਾਲਤ ਰੇਗਿਸਤਾਨ ਵਰਗੀ ਬਣਨ ਵਾਲੀ ਹੀ ਹੈ, ਰਾਜਸਥਾਨ ਵਰਗੀ ਬਣਨ ਵਾਲੀ ਹੀ ਹੈ। ਸੋ ਇਹ ਇੱਕ ਬੜਾ ਵੱਡਾ ਪ੍ਰੋਬਲਮੈਟਿਕ ਇਸ਼ੂ ਹੋ ਗਿਆ ਆਉਣ ਵਾਲੇ ਟਾਈਮ ਲਈ ਪੰਜਾਬ ਦੀ ਗਵਰਨਮੈਂਟ ਲਈ। ਸੋ ਜਿੱਥੋਂ ਤੱਕ ਤੇ ਕ੍ਰੌਪ ਡਾਈਵਰਸਿਫਿਕੇਸ਼ਨ ਦੀ ਗੱਲ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ 2004 ਦੀ ਰਿਪੋਰਟ ਹੈ। ਉਹ 2004 ਦੀ ਰਿਪੋਰਟ ਵੀ ਇਹ ਕਹਿੰਦੀ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਡਾਈਵਰਸਿਫਿਕੇਸ਼ਨ ਆਫ ਕ੍ਰੌਪ ਵੱਲ ਜਾਣਾ ਚਾਹੀਦਾ ਹੈ, ਝੋਨੇ ਤੇ ਕਣਕ ਨੂੰ ਛੱਡ ਕੇ ਦੂਜੀ ਫਸਲਾਂ ਵੱਲ ਲਗਾਉਣ ਵੱਲ ਸੋਚਣਾ ਚਾਹੀਦਾ ਹੈ। ਪਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਸਰਕਾਰਾਂ ਖੁਦ ਇਨੀਸ਼ੀਏਟਿਵ ਨਹੀਂ ਲੈਂਦੀਆਂ, ਉਹਨਾਂ ਨੂੰ ਸਮਝਾਉਂਦੀਆਂ ਨਹੀਂ ਗਈ, ਉਹਨਾਂ ਨੂੰ ਉਹਦੇ ਆਲਟਰਨੇਟਿਵ ਨਹੀਂ ਦਿੰਦੀ, ਕਿਸਾਨ ਵੀ ਵਿਚਾਰਾ ਕੀ ਕਰੇ? ਉਹਦੇ ਕੋਲ ਝੋਨੇ ਤੇ ਕਣਕ ਤੋਂ ਇਲਾਵਾ, ਬੀਜਣ ਤੋਂ ਇਲਾਵਾ ਕੋਈ ਚੁਆਇਸ ਹੀ ਨਹੀਂ ਗਈ, ਕਿਉਂਕਿ ਕੇਂਦਰ ਸਰਕਾਰ ਦੀ MSP ਹੈ 2 ਫਸਲਾਂ ਤੇ ਹੀ ਹੈਗੀ ਹੈ। ਸੋ ਮੈਂ ਸਮਝਦਾ ਹੈਗਾ ਕਿ ਸਰਕਾਰ ਨੂੰ ਆਪਣੇ ਐਂਡ ਤੇ ਬਹੁਤ ਵੱਡਾ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈਗੀ ਹੈ ਜੇ ਆਪਾਂ ਕ੍ਰੌਪ ਡਾਈਵਰਸਿਫਿਕੇਸ਼ਨ ਦੀ ਗੱਲ ਕਰਨੇ ਪਏ ਹਾਂ। ਔਰ ਦੂਸਰੀ ਗੱਲ ਜਿਹੜੀ ਪਾਣੀ ਦੇ ਲੈਵਲ ਦੇ ਥੱਲੇ ਜਾਣ ਦੀ ਗੱਲ ਹੈ, ਮੈਂ ਸਮਝਦਾ ਵਾ ਕਿ ਵਾਟਰ ਹਾਰਵੈਸਟਿੰਗ ਹੈਗੀ ਹੈ ਨਾ, ਇਹਨੂੰ ਗਵਰਨਮੈਂਟ ਨੂੰ ਸਾਰੇ ਪੰਜਾਬ ਦੇ ਵਿੱਚ ਮੈਂਡੇਟਰੀ ਕਰ ਦੇਣਾ ਚਾਹੀਦਾ ਹੈ। ਚਲੋ ਮੈਂ ਸਮਝਦਾ ਕਿ ਇੰਡੀਵਿਜੂਅਲ ਹਾਊਸਿਸ ਦੇ ਵਿੱਚ ਜਿਹੜੇ ਪੁਰਾਣੇ ਬਣੇ ਹੋਏ ਘਰ ਹੈ ਉਹਨਾਂ ਵਾਸਤੇ ਇਹ ਕਰਨਾ ਥੋੜਾ ਡਿਫਿਕਲਟ ਹੈ, ਪਰ ਅੱਜ ਜਿੰਨੀਆਂ ਸਰਕਾਰੀ ਬਿਲਡਿੰਗਸ ਹੈਗੀਆਂ ਵਾ, ਬਾਰਿਸ਼ ਦਾ ਪਾਣੀ ਨਹੀਂ ਆਉਂਦਾ, ਨਵੇਂ ਪੁਲ ਬਣਦੇ ਪਏ ਹੈ, ਉੱਥੇ ਤੇ ਇਹ ਡੈਫੀਨੇਟਲੀ ਮੈਂਡੇਟਰੀ ਕਰਨ
ਉਹਦੇ ਵਿੱਚ ਤੇ ਸਰਕਾਰ ਦਾ ਕੋਈ ਲੰਬਾ ਜ਼ਿਆਦਾ ਚੌੜਾ ਖਰਚਾ ਨਹੀਂ ਆਉਂਦਾ ਵਾਟਰ ਹਾਰਵੈਸਟਿੰਗ ਨੂੰ ਮੈਂਡੇਟਰੀ ਕਰਨ ਦੇ ਵਿੱਚ। ਤੇ ਛੋਟੇ ਛੋਟੇ ਇਨੀਸ਼ੀਏਟਿਵ ਦੇ ਨਾਲ ਆਪਾਂ ਗਰਾਊਂਡ ਵਾਟਰ ਲੈਵਲ ਨੂੰ ਵੀ ਨਾ ਇੰਪਰੂਵ ਕਰ ਸਕਦੇ ਹੈਗੇ ਆ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਇੱਕ ਗੁਰਦਾਸਪੁਰ 'ਚ ਜਗ੍ਹਾ ਹੈਗੀ ਹੈ ਮਕੌੜਾ ਪਤਨ, ਚੌਹਾਨ ਸਾਹਿਬ ਦੀ ਸ਼ਾਇਦ ਜਾਣਕਾਰੀ 'ਚ ਹੋਏਗਾ। ਸੈਂਟਰਲ ਗਵਰਨਮੈਂਟ ਨੇ 190 ਕਰੋੜ ਰੁਪਏ ਸੈਂਕਸ਼ਨ ਕੀਤੇ ਹੋਏ ਹੈ ਮਕੌੜਾ ਪਤਨ ਪ੍ਰੋਜੈਕਟ ਲਈ। ਜੇ ਉੱਥੇ ਡੈਮ ਬਣ ਜਾਂਦਾ ਹੈਗਾ ਵਾ, ਜਿਹੜਾ ਪਾਣੀ ਰਾਵੀ ਦਾ ਪਾਕਿਸਤਾਨ ਨੂੰ ਚਲਾ ਜਾਂਦਾ ਹੈ, ਉਹ ਸਾਡੇ ਬਾਰਡਰ ਏਰੀਆ ਦੇ ਜਿਹੜੇ ਵਿਲੇजेस ਹੈਗੇ ਆ ਨਾ, ਉਹ ਛੋਟੇ ਛੋਟੇ ਟਾਊਨ, ਉਹਨਾਂ ਨੂੰ ਕਾਫੀ ਵੱਡੇ ਲੈਵਲ ਤੇ ਫੀਡ ਕਰ ਸਕਦਾ ਹੈ। ਇਹਦੇ ਨਾਲ ਪਾਣੀ ਦੀ ਪ੍ਰੋਬਲਮ ਕਾਫੀ ਹੱਦ ਤੱਕ ਸੋਲਵ ਹੋ ਸਕਦੀ ਹੈ। 8 ਮਹੀਨੇ ਹੋ ਗਏ ਸੈਂਟਰਲ ਗਵਰਨਮੈਂਟ ਨੇ 190 ਕਰੋੜ ਰੁਪਇਆ ਸੈਂਕਸ਼ਨ ਕੀਤਾ ਹੋਇਆ ਇਸ ਪ੍ਰੋਜੈਕਟ ਵਾਸਤੇ, ਔਰ ਸਟੇਟ ਗਵਰਨਮੈਂਟ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੀ ਪਈ। ਜੇ ਅੱਜ ਪੰਜਾਬ ਦੀ ਸਰਕਾਰ ਇਸ ਮਕੌੜਾ ਪਤਨ ਪ੍ਰੋਜੈਕਟ ਵੱਲ ਧਿਆਨ ਦੇਵੇ, ਉਹਦੇ ਨਾਲ ਉਧਰਲੀ ਬੈਲਟ ਗੁਰਦਾਸਪੁਰ ਪਠਾਨਕੋਟ ਦੀ ਬੈਲਟ ਦੇ ਵਿੱਚ ਇੱਕ ਬੜੇ ਵੱਡੇ ਪੱਧਰ ਤੇ ਪਾਣੀ ਦੀ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਸਭ ਤੋਂ ਪਹਿਲੇ ਨਾ ਨੀਅਤ ਹੋਣੀ ਚਾਹੀਦੀ ਹੈ ਕਿ ਉਹ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੇ ਹੈਗੀ ਹੈ। ਸਿਰਫ ਬਿਆਨਬਾਜ਼ੀ ਕਰਕੇ ਜਾਂ ਕਿਸਾਨਾਂ ਦੇ ਪ੍ਰਤੀ ਇਹੋ ਜਿਹੀ ਸਟੇਟਮੈਂਟਾਂ ਦੇ ਕੇ ਇਹ ਕੁਝ ਨਹੀਂ ਹੋਣ ਵਾਲਾ। ਇਹਨਾਂ ਨੂੰ ਡਿਸਕਰੇਜ ਕਰਨ ਦੀ ਕੋਸ਼ਿਸ਼ ਨਾ ਕਰਨ। ਇਹ ਕਿਸਾਨਾਂ ਦੇ ਸਿਰ ਤੇ ਹੀ ਪੰਜਾਬ ਦੀ ਸੱਤਾ ਦੇ ਵਿੱਚ ਆਏ ਆਮ ਆਦਮੀ ਪਾਰਟੀ ਵਾਲੇ, ਔਰ ਜੇ ਕਿਸਾਨਾਂ ਨੂੰ ਇਸ ਤਰੀਕੇ ਬੇਇੱਜ਼ਤ ਕਰਨਗੇ ਤੇ ਮੈਂ ਸਮਝਦਾ ਕਿ ਇਹ ਠੀਕ ਨਹੀਂ ਹੈਗਾ। ਜਿਹੜੇ ਲੋਕਾਂ ਨੇ ਇਹਨਾਂ ਨੂੰ ਮੈਂਡੇਟ ਦਿੱਤਾ, ਅੱਜ ਲੋਕੀ ਉਮੀਦ ਕਰਦੇ ਆ ਕਿ ਉਹਨਾਂ ਦੇ ਕੰਮ ਕਰਨ, ਜਿਹੜੀ ਕਿ ਉਹਨਾਂ ਦੀ ਲੋਕਾਂ ਦੀ ਉਮੀਦਾਂ ਤੇ ਸਰਕਾਰ ਪੂਰੇ ਨਹੀਂ ਉਤਰ ਪਾ ਰਹੀ। ਜੀ ਵਿਨੋਦ ਭਾਰਤੀ ਜੀ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਜਿਹੜੇ ਕਿਸਾਨੀ ਦੀਆਂ ਸਮੱਸਿਆਵਾਂ ਨੇ, ਜੋ ਡਿਸਕਸ਼ਨ ਹੋਈ ਆ, ਅੱਜ ਪ੍ਰਮੋਦ ਜੀ ਨੇ ਵੀ ਦੱਸਿਆ ਕਿ ਕੀ ਹੱਲ ਹੋ ਸਕਦੇ ਆ ਪਾਣੀ ਨੂੰ ਬਚਾਉਣ ਦੇ, ਵਾਟਰ ਲੈਵਲ ਨੂੰ ਉੱਚਾ ਚੱਕਣ ਦੇ, ਜੰਗਵੀਰ ਚੌਹਾਨ ਜੀ ਨੇ ਵੀ ਦੱਸਿਆ, ਸੰਜੇ ਕਪੂਰ ਜੀ ਨੇ ਵੀ ਦੱਸਿਆ, ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਉਹ ਚੀਜ਼ਾਂ ਨੇ, ਕਿਹੜੇ ਕਦਮ ਨੇ ਜਿਹੜੇ ਇਨੀਸ਼ੀਅਲੀ ਹੁਣੇ ਚੱਕੇ ਜਾ ਸਕਦੇ ਆ ਵੀ ਜਿਹਦੇ ਨਾਲ ਸ਼ੁਰੂਆਤ ਹੋ ਜੇ ਕਿ ਪੰਜਾਬ ਦੇ ਵਿੱਚ ਜੇ ਕਿਸਾਨੀ ਨੂੰ ਆਪਾਂ ਬਚਾਉਣਾ ਜਾਂ ਜ਼ਮੀਨ ਨੂੰ ਬਚਾਉਣਾ ਹੈ ਤਾਂ ਉਹਨੂੰ ਬਚਾਉਣ ਲਈ ਇਹ ਪਹਿਲੇ ਕਦਮ ਚੱਕੇ ਜਾ ਸਕਦੇ ਆ? ਅਮਨਦੀਪ ਜੀ, ਸਭ ਤੋਂ ਪਹਿਲੀ ਗੱਲ ਤਾਂ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਸਟੇਟ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਜੀ। ਅਸੀਂ ਉਹਦਾ ਬਹੁਤ ਫਾਇਦਾ ਉਠਾ ਸਕਦੇ ਹਾਂ। ਸਾਡੇ ਕੋਲ ਚੋਟੀ ਦੇ ਰਿਸਰਚਰ ਹੈਗੇ ਆ, ਸਾਇੰਟਿਸਟ ਹੈਗੇ ਆ, ਜਿਹੜੇ 24 ਘੰਟੇ ਐਗਰੀਕਲਚਰ ਦੀ ਡਿਵੈਲਪਮੈਂਟ ਬਾਰੇ ਸੋਚਦੇ ਆ। ਮੈਂ ਇੱਧਰ ਜਗਰਾਵਾਂ ਦੇ ਕੋਲ ਇੱਕ ਬੜਾ ਡਿਵੈਲਪਡ ਐਗਰੀਕਲਚਰਿਸਟ ਸੀਗਾ, ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਉਹਨਾਂ ਨੇ ਕਈ ਫਸਲਾਂ ਜਿਸ ਤਰ੍ਹਾਂ ਬਨਾਨਾ ਹੈ, ਕੇਲਾ ਹੈ, ਔਰ ਹੋਰ ਉਹਨਾਂ ਨੇ 2-3 ਫਲ ਉੱਥੇ ਲਗਾਏ ਸੀ। 2-3 ਜੜੀਆਂ ਬੂਟੀਆਂ ਵੀ ਉਹਨਾਂ ਨੇ ਇੰਟਰੋਡਿਊਸ ਕੀਤੀਆਂ, ਜਿਹੜੀਆਂ ਕਿ ਉਹ ਦਵਾਈਆਂ ਦੀਆਂ ਕੰਪਨੀਆਂ ਨੂੰ ਸਪਲਾਈ ਕਰਦੇ। ਔਰ ਉਹਨਾਂ ਨੂੰ ਕੋਆਪਰੇਸ਼ਨ ਉੱਥੋਂ ਨਹੀਂ ਮਿਲੀ ਯੂਨੀਵਰਸਿਟੀ ਤੋਂ, ਕਿਉਂਕਿ ਯੂਨੀਵਰਸਿਟੀ ਕੋਲ ਫੰਡਸ ਨਹੀਂ ਸੀਗੇ। ਫਿਰ ਇੱਧਰ ਮੈਂ ਇੱਕ ਮਾਛੀਵਾੜੇ ਦੇ ਕੋਲ ਗਿਆ, ਉੱਥੇ ਇੱਕ ਫਾਰਮ ਹਾਊਸ ਬੜਾ ਹੀ ਵਧੀਆ ਸਜਾਇਆ ਹੋਇਆ। ਉਹ ਏਦਾਂ ਲੱਗ ਰਿਹਾ ਸੀ, ਉਹਦੀ ਜਿਹੜੀ ਮੈਨੇਜਮੈਂਟ ਸੀਗੀ, ਔਰ ਉਹ ਇੰਨਾ ਵਧੀਆ ਢੰਗ ਨਾਲ ਉਹਨਾਂ ਨੇ ਆਪਣਾ ਐਗਰੀਕਲਚਰ ਫਾਰਮ ਹਾਊਸ ਬਣਾਇਆ ਹੋਇਆ ਸੀ। ਏਦਾਂ ਲੱਗ ਰਿਹਾ ਸੀ ਜਿੱਦਾਂ ਅਸੀਂ ਕਿਤੇ ਕੈਨੇਡਾ ਦੀਆਂ ਸੜਕਾਂ ਤੋਂ ਲੰਘ ਰਹੇ ਹੋਈਏ। ਤਾਂ ਉੱਥੇ ਉਹਨਾਂ ਨੇ ਖਰਬੂਜਾ, ਤਰਬੂਜ, ਸਟਰਾਬਰੀ ਤੇ ਹੋਰ ਇਸ ਤਰ੍ਹਾਂ ਦੀਆਂ ਕਈ ਫਸਲਾਂ ਉੱਥੇ ਉਹ ਲਾ ਰਹੇ ਸੀ, ਤੇ ਉਹਨਾਂ ਦੇ ਉੱਪਰ ਉਹ ਪਲਾਸਟਿਕ ਦੀਆਂ ਸ਼ੀਟਾਂ ਵਗੈਰਾ ਲਗਾ ਰਹੇ ਸੀ ਤਾਂ ਕਿ ਉਹਨਾਂ ਨੂੰ ਨੁਕਸਾਨ ਨਾ ਹੋਵੇ। ਉਹ ਕਹਿੰਦੇ ਅਸੀਂ ਇਹ ਬੀਜ ਤਿਆਰ ਕਰ ਰਹੇ ਹਾਂ, ਇਹ ਬੀਜ ਅੱਗੇ ਅਸੀਂ ਸਪਲਾਈ ਕਰਾਂਗੇ। ਲੋਕਾਂ ਦੇ ਮਨ 'ਚ ਬੜਾ ਚਾਅ ਹੈ, ਸ਼ੌਂਕ ਹੈ ਐਗਰੀਕਲਚਰ ਨੂੰ ਡਿਵੈਲਪ ਕਰਨ ਦਾ, ਔਰ ਉਹਦੇ ਲਈ ਯੂਨੀਵਰਸਿਟੀ ਦੀ ਬੜਾ ਸਹਿਯੋਗ ਦੀ ਜ਼ਰੂਰਤ ਹੈ। ਲੇਕਿਨ ਸਾਡੀ ਸਰਕਾਰ ਤਾਂ ਵਾਈਸ ਚਾਂਸਲਰ ਦੇ ਝਗੜੇ 'ਚ ਹੀ ਪੈ ਗਈ ਵੀ ਗਵਰਨਰ ਸਾਹਿਬ ਕਹਿੰਦੇ ਮੇਰੇ ਤੋਂ ਪਰਮਿਸ਼ਨ ਨਹੀਂ ਲਿੱਤੀ, ਇਹ ਕਹਿੰਦੇ ਸਾਨੂੰ ਪਰਮਿਸ਼ਨ ਨਹੀਂ। ਔਰ ਉੱਥੇ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਉਦੋਂ ਹੀ ਹੋਣਗੀਆਂ ਜਦੋਂ ਉੱਥੋਂ ਫੰਡਸ ਆਉਣਗੇ ਸੈਂਟਰਲ ਗਵਰਨਮੈਂਟ ਤੋਂ। ਸੋ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਕਿ ਇਹ ਜਿਹੜੇ ਛੋਟੇ ਮੋਟੇ ਝਗੜੇ ਆ ਇਹਨਾਂ ਨੂੰ ਨਿਪਟਾ ਕੇ ਫੰਡਸ ਮੁਹੱਈਆ ਕਰਾਏ ਜਾਣ ਸੈਂਟਰਲ ਗਵਰਨਮੈਂਟ ਵੱਲੋਂ PIU ਨੂੰ। ਔਰ ਦੂਜੀ ਗੱਲ, ਜਿਹੜੀ ਵਾਟਰ ਹਾਰਵੈਸਟਿੰਗ ਸਿਸਟਮ ਹੈ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਸਾਊਂਡ ਕੀਤਾ ਜਾਵੇ। ਜਿੰਨੀਆਂ ਨਵੀਆਂ ਕੰਸਟਰਕਸ਼ਨਾਂ ਹੁੰਦੀਆਂ ਨੇ, ਕਿਸੇ ਦਾ ਵੀ ਨਕਸ਼ਾ ਬਿਨਾਂ ਵਾਟਰ ਹਾਰਵੈਸਟਿੰਗ ਦੇ ਪਾਸ ਨਾ ਕੀਤਾ ਜਾਵੇ। ਹਜ਼ਾਰਾਂ ਲੱਖਾਂ ਲੀਟਰ ਪਾਣੀ ਬਚ ਸਕਦਾ ਹੈ ਸਾਡਾ ਬਰਸਾਤ ਦਾ, ਜਿਹੜਾ ਨਾਲੀਆਂ 'ਚ ਰੁੜ ਜਾਂਦਾ। ਤੋ ਜਿਹੜੀ ਸਾਡੀ ਫਸਲ ਹੈ, ਜਿਹੜੀ ਜਿੱਦਾਂ ਹੁਣ ਕੀਤਾ ਸੀ ਉਹਨਾਂ ਨੇ ਵੀ ਜੰਗਵੀਰ ਜੀ ਨੇ ਕਿਹਾ ਸੀ ਕਿ ਇੰਡਸਟਰੀ ਔਰ ਟ੍ਰੇਡ ਜਿਹੜਾ ਉਹ ਉਹਨਾਂ ਦੇ ਮੋਟਰਾਂ ਚੱਲਦੀਆਂ ਰਹਿੰਦੀਆਂ ਨੇ, ਹਜ਼ਾਰਾਂ ਲੀਟਰ ਪਾਣੀ ਜਿਹੜਾ ਵੇਸਟ ਹੋ ਜਾਂਦਾ। ਜੰਗਵੀਰ ਜੀ, ਜਿਹੜੀ ਇੰਡਸਟਰੀ ਹੈ ਉਹਨੂੰ ਕੋਈ ਮਾਫੀ ਨਹੀਂ ਹੈਗੀ ਜੀ। ਔਰ ਜਦੋਂ ਵੀ ਉੱਥੇ ਇੰਡਸਟਰੀ ਵਿੱਚ ਪਾਣੀ ਦੀ
ਜ਼ਰੂਰਤ ਜ਼ਿਆਦਾ ਹੁੰਦੀ ਹੈ, ਪਰ ਉਹ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਇੰਡਸਟਰੀ ਵਾਲਿਆਂ ਦੀ ਕਿ ਪਾਣੀ ਵੇਸਟ ਨਾ ਜਾਵੇ ਜੀ ਕਿਉਂਕਿ ਜਿੰਨੀ ਮੋਟਰ ਚੱਲੇਗੀ ਉਹਨਾਂ ਨੂੰ ਬਿੱਲ ਪੇ ਕਰਨਾ ਪਏਗਾ। ਸੋ ਇਸ ਕਰਕੇ ਜਿਹੜਾ ਸ਼ਹਿਰੀ ਇੰਡਸਟਰੀਲਿਸਟ ਹੈ ਉਹ ਕੋਸ਼ਿਸ਼ ਕਰਦਾ ਕਿ ਪਾਣੀ ਨੂੰ ਬਚਾਇਆ ਜਾਵੇ। ਤਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਪਾਣੀ ਅਸੀਂ ਵੱਧ ਤੋਂ ਵੱਧ ਬਚਾਈਏ, ਲੇਕਿਨ ਉਹਦੇ ਨਾਲ ਨਾਲ ਸਾਨੂੰ ਜਿਹੜਾ ਐਟਮੋਸਫੀਅਰ ਹੈ ਉਹ ਬਹੁਤ ਸਾਫ਼ ਸੁਥਰਾ ਸੁਹਾਵਣਾ ਰੱਖਣਾ ਪਏਗਾ। ਜੇਕਰ ਆਪਾਂ ਰੰਗਲਾ ਪੰਜਾਬ ਦਾ ਖਾਬ ਲੈਂਦੇ ਹਾਂ ਤੇ ਗੰਧਲੇ ਬਿਆਨ ਦੇਣ ਤੋਂ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਔਰ ਇਹੋ ਜਿਹੇ ਪੜ੍ਹੇ ਲਿਖੇ ਸਿਆਣੇ ਸੁਲਝੇ ਹੋਏ ਮਿਨਿਸਟਰ ਸਾਹਿਬ ਤੋਂ ਇਹੋ ਜਿਹੇ ਬਿਆਨ ਦੀ ਤਵੱਕੋ ਨਹੀਂ ਸੀ ਜਿਹੜਾ ਉਹਨਾਂ ਨੇ ਦਿੱਤਾ। ਤੇ ਅੱਗੇ ਤੋਂ ਵੀ ਇਸ ਡਿਬੇਟ ਦਾ ਫਾਇਦਾ ਤਾਂ ਹੈ ਜੇਕਰ ਉਹਨਾਂ ਦੇ ਬਾਕੀ ਮੰਤਰੀ ਵੀ ਸਮਝਣ ਇਸ ਗੱਲ ਨੂੰ। ਸਵੇਰੇ ਧਾਲੀਵਾਲ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ, ਉਹਦੇ ਵੀ ਬੜਾ ਕ੍ਰਿਟੀਸਾਈਜ਼ ਹੋ ਰਿਹਾ, ਫਿਰ ਥੋੜੀ ਦੇਰ ਬਾਅਦ ਨਿੱਜਰ ਸਾਹਿਬ ਨੇ ਦਿੱਤਾ। तो इन्हां गल्लां तो इन्हां लोगों नूं गुरेज करना चाहिए। सस्ती राजनीति जिहड़ी है ना वो नुकसान करती है। अज इन्हां कोल 92 MLA है और एक कुछ ना कुछ स्टेट नूं कोई ना कोई एग्जैम्पलरी जो है वो प्राप्ति करके दसन तां जो लोग इन्हां दा गुणगान करन, इन्हां दी आलोचना करन दी बजाय। जी बहुत बहुत धन्यवाद सर। पंजाब दा माहौल है जो ਉਹਦੇ ਵਿੱਚ ਇਹ ਹੁੰਦਾ ਕਿ ਪੰਜਾਬ ਦੀਆਂ ਜ਼ਰੂਰੀ ਗੱਲਾਂ ਹੁੰਦੀਆਂ, ਜਿਹੜੀਆਂ ਜ਼ਰੂਰੀ ਮੁੱਦੇ ਆ ਉਹਨਾਂ ਨੂੰ ਪਾਸੇ ਕਰਕੇ ਇੱਕ ਅੱਧਾ ਮੁੱਦਾ ਇਹੋ ਜਿਹਾ ਫੜਿਆ ਜਾਂਦਾ ਹੈ ਜਿਹਦੇ ਤੇ ਚਰਚਾ ਕੀਤੀ ਜਾਵੇ ਤੇ ਜਿਹਨੂੰ ਮੀਡੀਆ ਦੀਆਂ ਹੈਡਲਾਈਨਸ ਬਣਾਈਆਂ ਜਾਣ। ਅੱਜ ਵੀ ਇਹੀ ਹੋਇਆ ਕਿ ਇੱਕ ਜੋ ਗੱਲ ਹੋਈ ਹੈ ਉਹਨੂੰ ਕ੍ਰਿਟੀਸਾਈਜ਼ ਤਾਂ ਕੀਤਾ ਜਾਣਾ ਚਾਹੀਦਾ ਸੀ, ਲੋਕਾਂ ਨੇ ਕ੍ਰਿਟੀਸਾਈਜ਼ ਕੀਤਾ ਵੀ ਹੈ, ਲੋਕਾਂ ਨੇ ਵਿਰੋਧ ਕੀਤਾ ਕਿ ਜੀ ਇਹੋ ਜਿਹਾ ਬਿਆਨ ਨਹੀਂ ਹੋਣਾ ਚਾਹੀਦਾ ਸੀ, ਉਹਨਾਂ ਨੇ ਮਾफ़ी ਮੰਗ ਲਈ। ਜਦੋਂ ਕੈਬਨਿਟ ਮੰਤਰੀ ਨਿੱਜਰ ਨੇ ਆਪਣੇ ਬੋਲਾਂ ਤੋਂ ਮਾफ़ੀ ਮੰਗੀ ਹੈ ਉਸ ਤੋਂ ਬਾਅਦ ਇਹ ਮਾਮਲਾ ਸਿਰਫ ਕਿਸਾਨੀ ਦਾ ਰਹਿ ਗਿਆ। ਜੋ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਉਹ ਵਾਕਈ ਪੰਜਾਬ ਦੇ ਕਿਸਾਨਾਂ ਦੀ ਵੀ ਚਿੰਤਾ ਹੈ, ਪੰਜਾਬ ਦੇ ਲੋਕਾਂ ਦੀ ਵੀ ਚਿੰਤਾ ਹੈ ਤੇ ਉਹਦੇ ਬਾਰੇ ਪੰਜਾਬੀਆਂ ਨੂੰ ਵੀ ਸੋਚਣਾ ਚਾਹੀਦਾ, ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ। ਇਸੇ ਤਰੀਕੇ ਨਾਲ ਮੀਨਿੰਗਫੁਲ ਡਿਸਕਸ਼ਨ ਕਰਾਂਗੇ, ਹਰ ਵਾਰ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਾਂਗੇ, ਪੰਜਾਬ ਦੀਆਂ ਜ਼ਮੀਨਾਂ ਦੀ, ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਜ਼ਮੀਰਾਂ ਦੀ ਗੱਲ ਕਰਾਂਗੇ। ਤੁਸੀਂ ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।